खुदा ਦਾ ਸ਼ੁਕਰ ਕਰਦੇ ਹਾਂ ਅੱਜ ਦੇ ਅੱਛੇ ਸਮੇਂ ਦੇ ਲਈ, ਖੁਦਾ ਦੀਆਂ ਮਿਹਰਬਾਨੀਆਂ ਦੇ ਲਈ, ਉਹਦੀਆਂ ਭਲਾਈਆਂ ਦੇ ਵਾਸਤੇ ਉਹਦੇ ਸ਼ੁਕਰਗੁਜ਼ਾਰ ਹਾਂ। ਔਰ ਜੈਸਾ ਕਿ ਤੁਸੀਂ ਸਭ ਜਾਣਦੇ ਹੋ ਕਿ ਅਸੀਂ ਸ਼ੁਰੂ ਕੀਤਾ ਆ ਬਾਈਬਲ ਨੂੰ ਸਮਝਣ ਔਰ ਜਾਣਨ ਦੇ ਲਈ। ਹਰ ਰੋਜ਼ ਅਸੀਂ ਅਮਰੀਕਾ ਨਿਊਯਾਰਕ ਦੇ ਟਾਈਮ ਦੇ ਮੁਤਾਬਕ ਅਸੀਂ ਆਨਲਾਈਨ ਹੁੰਦੇ ਹਾਂ ਔਰ ਇੱਥੇ ਦਾ ਟਾਈਮ ਹੁੰਦਾ ਰਾਤ ਦੇ 10:30 ਔਰ ਇੰਡੀਆ ਦੇ ਵਿੱਚ ਉਸ ਸਮੇਂ ਲਗਭਗ ਸਵੇਰ ਦੇ ਕੋਈ 9 ਵਜੇ ਹੁੰਦੇ ਆ। ਸੋ ਉਹਨਾਂ ਸਭ ਦਾ ਸਵਾਗਤ ਹੈ ਜਿਹੜੇ ਸੱਚਮੁੱਚ ਪਰਮੇਸ਼ਵਰ ਦੇ ਵਚਨ ਨੂੰ ਸਿੱਖਣ ਦੇ ਚਾਹਵਾਨ ਆ, ਜਿਹੜੇ ਸੱਚਮੁੱਚ ਸੱਚਾਈ ਤੇ ਚੱਲਣਾ ਚਾਹੁੰਦੇ ਆ ਔਰ ਜਿਹੜੇ ਉਸ ਪਵਿੱਤਰ ਖੁਦਾ ਦੀ ਨਾਈ ਪਵਿੱਤਰ ਹੋਣ ਦੇ ਲਈ ਬੁਲਾਏ ਗਏ ਆ ਔਰ ਉਹ ਚਾਹੁੰਦੇ ਆ ਕਿ ਜੈਸਾ ਸਾਡਾ ਬੁਲਾਉਣ ਵਾਲਾ ਪਵਿੱਤਰ ਆ ਵੈਸੇ ਅਸੀਂ ਵੀ ਹੋਈਏ। ਉਹਨਾਂ ਸਭ ਲੋਕਾਂ ਦਾ ਇਸ ਬਾਈਬਲ ਕਲਾਸ ਦੇ ਵਿੱਚ ਸਵਾਗਤ ਹੈ ਔਰ ਅਸੀਂ ਸਾਰੇ ਸਮਝਦੇ ਹਾਂ ਕਿ ਹਰੇਕ ਇਨਸਾਨ ਦੇ ਆਪਣੇ ਅਸੂਲ ਆ, ਨਿਯਮ ਆ ਔਰ ਹਰ ਇਨਸਾਨ ਇੱਕ ਦੂਸਰੇ ਤੋਂ ਅਲੱਗ ਹੈ, ਉਹਦੀ ਸੋਚ ਅਲੱਗ ਹੈ, ਉਹਦੇ ਵਿਚਾਰ ਅਲੱਗ ਹੈ ਔਰ ਹਰੇਕ ਇਨਸਾਨ ਕੋ ਦਿਮਾਗ ਤੇ ਹੈਗਾ ਹੈ ਪਰ ਸੋਚਣ ਦਾ ਤਰੀਕਾ ਅਲੱਗ ਹੈ। ਉਸੇ ਤਰ੍ਹਾਂ ਉਹ ਭਾਵੇਂ ਸਮਾਜਿਕ ਹੋਵੇ, ਭਾਵੇਂ ਧਾਰਮਿਕ ਹੋਵੇ, ਭਾਵੇਂ ਰਾਜਨੀਤਿਕ ਹੋਵੇ, ਹਰ ਥਾਂ ਦੇ ਉੱਤੇ ਹਰੇਕ ਮਨੁੱਖ ਦੇ ਜਿਹੜੇ ਵਿਚਾਰ ਆ ਉਹ ਇੱਕ ਦੂਸਰੇ ਤੋਂ ਭਿੰਨ ਆ ਔਰ ਇਸ ਧਰਤੀ ਦੇ ਉੱਤੇ ਜਿਹੜੀ ਲੜਾਈ ਹੈ ਉਹ ਵਿਚਾਰਾਂ ਦੀ ਹੈ। ਹਰ ਇਨਸਾਨ ਜਿਹੜਾ ਹੈ ਉਹ ਆਪਣੇ ਵਿਚਾਰ ਨੂੰ ਸਹੀ ਤੇ ਦੂਸਰੇ ਦੇ ਵਿਚਾਰ ਨੂੰ ਹਮੇਸ਼ਾ ਗਲਤ ਸਾਬਤ ਕਰਨ ਦੇ ਚੱਕਰ ਦੇ ਵਿੱਚ ਲੱਗਿਆ ਰਹਿੰਦਾ। ਸੋ ਪਵਿੱਤਰ ਕਲਾਮ ਦੇ ਵਿੱਚ ਲਿਖਿਆ ਆ, ਮੁਬਾਰਕ ਆ ਉਹ ਜਿਹੜਾ ਮੰਨ ਲੈਂਦਾ ਆ ਕਿ ਮੈਂ ਗੁਨਹਗਾਰ ਹਾਂ, ਪਰਮੇਸ਼ਰ ਉੱਤੇ ਕਿਰਪਾ ਕਰਦਾ ਹੈ। ਜਿਹੜਾ ਮੰਨ ਲੈਂਦਾ ਹੈ ਕਿ ਮੈਂ ਅਗਿਆਨੀ ਹਾਂ, ਪਰਮੇਸ਼ਰ ਉਹਨੂੰ ਗਿਆਨਵਾਨ ਠਹਿਰਾਉਂਦਾ ਹੈ। ਜਿਹੜਾ ਮੰਨ ਲੈਂਦਾ ਕਿ ਮੈਂ ਮੂਰਖ ਹਾਂ, ਪਰਮੇਸ਼ਰ ਉਹਨੂੰ ਸਮਝਦਾਰਾਂ ਦੇ ਵਿੱਚ ਗਿਣਦਾ। ਪਰ ਜਿਹੜਾ ਇਹ ਸਿੱਧ ਕਰਨ ਦੀ ਕੋਸ਼ਿਸ਼ 'ਚ ਲੱਗ ਜਾਵੇ ਕਿ ਨਹੀਂ ਮੇਰੇ ਤੋਂ ਸਮਝਦਾਰ ਕੋਈ ਨਹੀਂ, ਫਿਰ ਅਸੀਂ ਪਵਿੱਤਰ ਵਚਨ 'ਚ ਦੇਖਦੇ ਹਾਂ ਕਿ ਪਰਮੇਸ਼ਰ ਦਾ ਵਚਨ ਉਹਨੂੰ ਮੂਰਖ ਠਹਿਰਾਉਂਦਾ। ਅੱਜ ਇੱਕ ਬੜੀ ਚਰਚਾ ਚੱਲੀ ਹੋਈ ਹੈ ਤੇ ਉਹਦੇ ਉੱਤੇ ਮੈਂ ਜਲੰਧਰ ਦੇ ਇੱਕ ਬੜੇ ਹੀ ਹੋਣਹਾਰ ਪਾਸਟਰ ਸਾਹਿਬਾਨ ਨੇ ਉਹਨਾਂ ਦੇ ਵਿਚਾਰ ਸੁਣ ਰਿਹਾ ਸੀ। ਮਸੀਹੀ ਲੋਕਾਂ ਨੂੰ ਕੁੱਤਾ ਕਿਹਾ ਗਿਆ, ਇਸ ਚੀਜ਼ ਦਾ ਵਿਵਾਦ ਬੜਾ ਚੱਲਦਾ ਪਿਆ ਔਰ ਮੈਂ ਤੁਹਾਨੂੰ ਧਿਆਨ 'ਚ ਲਿਆਉਣਾ ਚਾਹੁੰਦਾ, ਸਾਡਾ ਹੁਣ ਇਹ ਵਿਸ਼ਾ ਹੀ ਨਹੀਂਗਾ। ਮੈਂ ਵੈਸੇ ਇੱਕ ਗੱਲ ਨੂੰ ਟੱਚ ਕਰਾਉਣਾ ਸੀਗਾ ਜਿਹੜੀ ਨਵੀਂ ਉੱਠੀ ਸੀ, ਕਿਉਂਕਿ ਹਰ ਰੋਜ਼ ਸੋਚੀਦਾ ਅੱਜ ਨਹੀਂ ਬੋਲਣਾ ਇਸ ਵਿਸ਼ੇ ਦੇ ਉੱਤੇ, ਲੇਕਿਨ ਫਿਰ ਵੀ ਕਈ ਵਾਰੀ ਕਈ ਗਿਆਨਵਾਨਾਂ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਤੇ ਫਿਰ ਉੱਤੇ ਥੋੜ੍ਹਾ ਬਹੁਤਾ ਆਪਣਾ ਵਿਚਾਰ ਜਿਹੜਾ ਰੱਖਣਾ ਪੈਂਦਾ। ਸੋ ਜਲੰਧਰ ਤੋਂ ਨੇ ਪਾਸਟਰ ਅਲੀ ਅਜ਼ਹਰ, ਉਹ ਦੱਸ ਰਹੇ ਸੀਗੇ ਕਿ ਸਾਡੀ ਮੁਲਾਕਾਤ ਹੋਈ ਆ, ਅਸੀਂ ਮਿਲੇ ਹਾਂ, ਅਸੀਂ ਟੀਮਾਂ ਨੂੰ ਮਿਲੇ ਹਾਂ, ਸਾਰਾ ਮਸਲਾ ਅਸੀਂ ਸੌਰਟ ਆਊਟ ਕਰ ਲਿਆ। ਸਾਰੇ ਵਿਚਾਰ ਆਪਣੇ ਰੱਖ ਰਹੇ ਸੀਗੇ ਤੇ ਉਹਦੇ ਵਿੱਚ ਉਹ ਦੱਸ ਰਹੇ ਸੀਗੇ ਕਿ ਬਾਈਬਲ ਦੇ ਵਿੱਚ ਜਿਹੜਾ ਆ ਉਹ ਮਸੀਹੀ ਲੋਕਾਂ ਦੇ ਲਈ ਨਹੀਂ ਉਹ ਸ਼ਬਦ ਇਸਤੇਮਾਲ ਕੀਤਾ ਗਿਆ ਜਿਸ ਸ਼ਬਦ ਨੂੰ ਲੈ ਕੇ ਵਿਵਾਦ ਉੱਠਿਆ। ਮੈਨੂੰ ਯਾਦ ਹੈ ਇੱਕ ਵਾਰੀ ਨਾ ਪੰਚਾਇਤ ਕਹਿੰਦੇ ਲੱਗੀ ਸੀ ਤੇ ਪੰਚਾਇਤ ਦੇ ਵਿੱਚ ਮਸਲਾ ਉੱਠ ਗਿਆ ਵੀ ਇੱਕ ਬੰਦੇ ਨੇ ਇੱਕ ਬੰਦੇ ਨੂੰ ਮਾਰਿਆ ਕੁੱਟਿਆ ਸੀ, ਬੁਰੀ ਤਰ੍ਹਾਂ ਦੇ ਨਾਲ ਉਹਨੇ ਕੁੱਟਿਆ ਉਹਨੂੰ ਤੇ ਪੰਚਾਇਤ ਦੇ ਵਿੱਚ ਉਹ ਮਸਲਾ ਗਿਆ ਤੇ ਪੰਚਾਇਤ ਲੱਗਣ ਦਾ ਮਤਲਬ ਹੁੰਦਾ ਵੀ ਵਜ੍ਹਾ ਨੂੰ ਜਾਣਨਾ, ਵਜ੍ਹਾ ਕੀ ਸੀ। ਅਗਰ ਕੋਈ ਕਤਲ ਵੀ ਕਰ ਦਿੰਦਾ ਨਾ ਤੇ ਉਹਦੀਆਂ ਕਈ ਸਜ਼ਾਵਾਂ ਆ ਤੇ ਜੱਜ ਇਹ ਜਾਣਨ ਦੀ ਕੋਸ਼ਿਸ਼ ਕਰਦਾ ਹੈ ਔਰ ਵਕੀਲ ਇਹ ਪੱਖ ਰੱਖਣ ਦੀ ਕੋਸ਼ਿਸ਼ ਕਰਦੇ ਆ ਵੀ ਕਤਲ ਤੇ ਹੋ ਗਿਆ ਪਰ ਉਹ ਕਿਹੜਾ ਹਾਲਾਤਾਂ ਦੇ ਵਿੱਚ ਹੋਇਆ, ਕਤਲ ਦੇ ਪਿੱਛੇ ਦਾ ਕਾਰਨ ਕੀ ਸੀ। ਯਾਨੀ ਕੋਈ ਵੀ ਗੁਨਾਹ ਜਦੋਂ ਹੁੰਦਾ ਨਾ ਤੇ ਉਹਦੀ ਬੁਨਿਆਦ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ, ਫਿਰ ਉਹਦੇ ਮੁਤਾਬਕ ਹੀ ਜਿਹੜੀਆਂ ਸਜ਼ਾਵਾਂ ਹੁੰਦੀਆਂ। ਤੇ ਹੁਣ ਮਸਲਾ ਪਹੁੰਚ ਗਿਆ ਪੰਚਾਇਤ ਦੇ ਵਿੱਚ। ਪੁਰਾਣੇ ਸਮੇਂ ਪੰਚਾਇਤ ਲੱਗਦੀ ਸੀਗੀ ਤੇ ਉਹ ਕਹਿੰਦਾ ਜੀ ਵੀ ਇਹਨੇ ਜੁੱਤੀ ਲਾ ਕੇ ਨਾ ਮੇਰੇ ਸਿਰ ਦੇ ਵਿੱਚ ਮਾਰੀ।
ਕਹਿੰਦੇ ਅੱਛਾ ਫਿਰ? ਕਹਿੰਦਾ ਬਸ ਜੀ ਮੈਂ ਇਹੀ ਫਰਿਆਦ ਲੈ ਕੇ ਆਇਆ ਵੀ ਇਹਨੇ ਮੇਰੇ ਸਿਰ 'ਚ ਜੁੱਤੀ ਲਾ ਕੇ ਮਾਰੀ। ਹੁਣ ਉੱਥੇ ਵਿਚਾਰ ਰੱਖਣ ਦਾ ਮੌਕਾ ਜਿਹਨੇ ਜੁੱਤੀ ਮਾਰੀ ਸੀ ਉਹਨੂੰ ਵੀ ਦਿੱਤਾ ਗਿਆ ਤੇ ਉਹਨੂੰ ਵੀ ਪੁੱਛਿਆ ਗਿਆ, ਪਰ ਉਸ ਤੋਂ ਪਹਿਲਾਂ ਉਹਨੂੰ ਬਾਰ-ਬਾਰ ਪੁੱਛਿਆ ਜਾ ਰਿਹਾ ਜਿਹੜਾ ਕਹਿ ਰਿਹਾ ਕਿ ਮੇਰੇ ਜੁੱਤੀ ਮਾਰੀ। ਤੇ ਉਹ ਕਹਿੰਦੇ ਹਾਂਜੀ ਭਾਈ ਸਾਹਿਬ ਵੀ ਤੇਰੇ ਜੁੱਤੀ ਉਹਨੇ ਮਾਰੀ ਤੇ ਤੇਰੀ ਜੁੱਤੀ ਕਿਉਂ ਮਾਰੀ? ਕਹਿੰਦਾ ਜੀ ਕਿਉਂ ਨੂੰ ਛੱਡੋ, ਤੁਸੀਂ ਜੁੱਤੀ ਮੇਰੇ ਕਿਉਂ ਮਾਰੀ ਆ ਵਿਸ਼ਾ ਇਹ ਨਹੀਂਗਾ, ਵਿਸ਼ਾ ਇਹ ਹੈ ਵੀ ਜੁੱਤੀ ਮੇਰੇ ਮਾਰੀ ਹੈ। ਉਹ ਕਹਿੰਦੇ ਭਾਈ ਅਸੀਂ ਨਿਆਂ ਕਰਨ ਆਏ ਆ, ਪੰਚਾਇਤ ਦੇ ਵਿੱਚ ਬੈਠੇ ਆ, ਪੰਚਾਇਤ 'ਚ ਮਸਲਾ ਆਇਆ ਆ, ਸਾਨੂੰ ਨਿਆਂ ਠਹਿਰਾਇਆ ਆ ਤੇ ਜਦੋਂ ਅਸੀਂ ਨਿਆਂ ਕਰਨਾ ਤੇ ਨਿਆਂ ਤੇ ਅਸੀਂ ਸਾਰਾ ਪੱਖ ਨੂੰ ਜਾਣ ਕੇ ਕਰਾਂਗੇ। ਤੇ ਉਹਨੂੰ ਬਾਰ-ਬਾਰ ਪੁੱਛਦੇ ਆ ਵੀ ਭਾਈ ਤੂੰ ਕਹਿੰਦਾ ਇਹਨੇ ਤੇਰੇ ਜੁੱਤੀ ਮਾਰੀ ਹੈ ਤੇ ਰੀਜਨ ਦੱਸ ਵੀ ਜੁੱਤੀ ਤੱਕ ਨੌਬਤ ਪਹੁੰਚੀ ਕਿਉਂ, ਮਸਲਾ ਕੀ ਬਣਿਆ ਵੀ ਜਿਹੜਾ ਇਹਨੇ ਚੁੱਕ ਕੇ ਤੇਰੇ ਜੁੱਤੀ ਮਾਰ ਦਿੱਤੀ? ਕਹਿੰਦੇ ਮਸਲਾ ਛੱਡੋ, ਬਸ ਤੁਸੀਂ ਇਸ ਗੱਲ ਨੂੰ ਸਮਝੋ ਵੀ ਮੇਰੇ ਜੁੱਤੀ ਮਾਰੀ ਆ, ਇਹੀ ਮਸਲਾ ਹੈ ਤੇ ਇਹੀ ਮੈਂ ਫਰਿਆਦ ਲੈ ਕੇ ਪੰਚਾਇਤ 'ਚ ਆਇਆ। ਕਹਿੰਦੇ ਫੈਸਲਾ ਨਹੀਂ ਹੋਣਾ, ਦੱਸਣਾ ਪੈਣਾ ਵੀ ਜੁੱਤੀ ਮਾਰੀ ਕਿਉਂ। ਤੇ ਇਹ ਨਹੀਂ ਦੱਸ ਰਿਹਾ ਵੀ ਜੁੱਤੀ ਮਾਰੀ ਕਿਉਂ। ਤੇ ਪੰਚਾਇਤ ਵਿੱਚ ਕਈ ਉਹਦੇ ਹੱਕ 'ਚ ਬੋਲਣ ਡਏ, ਕਹਿੰਦੇ ਬਿਲਕੁਲ ਜੀ ਤੁਸੀਂ ਇਹਦੀ ਤੇ ਗੱਲ ਵੱਲ ਧਿਆਨ ਦਿਓ, ਇਸੇ ਚੀਜ਼ ਤੇ ਗੱਲ ਆਪਾਂ ਕਰੀਏ ਵੀ ਨਹੀਂ ਜੀ ਜੁੱਤੀ ਮਾਰਨਾ ਗਲਤ ਗੱਲ ਹੈ, ਨਹੀਂ ਜੀ ਜੁੱਤੀ ਮਾਰਨਾ ਗਲਤ ਗੱਲ ਹੈ। ਜਿਹੜੇ ਉਹਦੇ ਹੱਕ ਵਿੱਚ ਸੀਗੇ ਉਹ ਇਹ ਕਹੇ ਨਹੀਂ ਜੀ ਜੁੱਤੀ ਮਾਰਨਾ ਗਲਤ ਗੱਲ ਹੈ, ਨਹੀਂ ਜੀ ਜੁੱਤੀ ਮਾਰਨਾ ਗਲਤ ਗੱਲ ਹੈ। ਤੇ ਵਿੱਚ ਜਿਹੜੇ ਸਿਆਣੇ ਪੁਰਸ਼ ਸੀਗੇ ਉਹ ਕਹਿੰਦੇ ਯਾਰ ਇਸ ਗੱਲ ਦਾ ਪਤਾ ਲਾਓ ਵੀ ਜੁੱਤੀ ਵੱਜੀ ਆ ਤੇ ਵੱਜੀ ਕਿਉਂ ਆ। ਫਿਰ ਜਿਹਨੇ ਮਾਰੀ ਆ ਫਿਰ ਉਹ ਦੱਸਦਾ ਹੈ ਵੀ ਇਹਦੀ ਇਸ ਕਰਤੂਤ ਦਾ ਕਰਕੇ ਇਹਦੇ ਜੁੱਤੀ ਮਾਰੀ। ਤੇ ਫਿਰ ਜਿਹੜੇ ਨਿਆਈ ਬੈਠੇ ਆ ਉਹਨਾਂ ਦਾ ਕੰਮ ਨਿਆਂ ਕਰਨਾ ਹੁੰਦਾ ਤੇ ਉਹਨੇ ਫਿਰ ਨਿਆਂ ਕੀਤਾ ਨਹੀਂ ਜੀ ਜੁੱਤੀ ਤੇਰੇ ਵੱਜੀ ਆ ਤੇ ਜਾਇਜ਼ ਵੱਜੀ ਆ, ਕਿਉਂਕਿ ਜੋ ਕਰਤੂਤ ਤੂੰ ਕੀਤੀ ਆ ਉਹਦੇ ਬਦਲੇ 'ਚ ਜੁੱਤੀ ਪੈਣੀ ਚਾਹੀਦੀ ਸੀ। ਤੇ ਅੱਜ ਵੀ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਮਸਲਾ ਬਣਿਆ ਹੋਇਆ, ਲੋਕ ਇੱਕ ਜੁੱਤੀ ਦੀ ਗੱਲ ਨੂੰ ਲੈ ਕੇ ਸਾਰਾ ਪੰਜਾਬ ਬਹਿ ਗਿਆ ਤੇ ਉਹ ਜੁੱਤੀ ਦੇ ਪਿੱਛੇ ਦੀ ਵਜ੍ਹਾ ਨੂੰ ਕੋਈ ਮੋਰੇ ਨਹੀਂ ਲਿਆ ਰਿਹਾ, ਉਹਨੂੰ ਭੁੱਲ ਹੀ ਗਏ। ਸੋ ਇਹੋ ਜਿਹੇ ਨਿਆਈਆਂ ਨੂੰ ਰੱਬ ਬੜੀ ਆਸ਼ੀਸ਼ ਤੇ ਬਰਕਤ ਦੇਵੇ। ਤੇ ਮੈਂ ਦੱਸਣਾ ਚਾਹੁੰਦਾ ਵਿਵਾਦ ਇੱਕ ਹੋਰ ਛਿੜਿਆ ਇਹਦੇ ਨਾਲ ਹੀ ਕਿ ਜਲੰਧਰ ਦੇ ਜਿਹੜੇ ਸੇਵਕ ਨੇ ਪਾਸਟਰ ਅੰਕਲ ਨਰੂਲਾ, ਉਹਨਾਂ ਵੱਲੋਂ ਇੱਕ ਗੱਲ ਕਹੀ ਗਈ ਕਿ ਅਖੇ ਇਹਨਾਂ ਨੇ ਮਸੀਹੀ ਸਮਾਜ ਨੂੰ ਕੁੱਤੇ ਕਹਿ ਦਿੱਤਾ। ਤੇ ਉਹ ਗੱਲ ਆਈ ਹੈ ਜੀ। ਤੇ ਹੁਣ ਉਹ ਕੁਝ ਲੋਕ ਗਏ ਵੀ ਉੱਥੇ ਜਾ ਕੇ ਉਹ ਮਸਲਾ ਸੁਲਝਾ ਵੀ ਆਏ। ਉਹਨਾਂ ਨੇ ਆਪਣਾ ਦੱਸਦੇ ਪਏ ਸੀ, ਵੀਡੀਓ ਤੋਂ ਪਤਾ ਲੱਗਾ ਕਿ ਉਹਨਾਂ ਨੇ ਆਪਣਾ ਪੱਖ ਰੱਖ ਵੀ ਦਿੱਤਾ ਤੇ ਉਹਨਾਂ ਨੇ ਅੱਗੇ ਦੱਸ ਵੀ ਦਿੱਤਾ ਮੈਂ ਕਿਹੜੀ ਹਾਲਤ ਵਿੱਚ ਤੇ ਕਿਉਂ ਤੇ ਕਾਹਦੇ ਲਈ ਕਿਹਾ ਆ। ਤੇ ਉਸ ਤੋਂ ਬਾਅਦ ਜਿਹੜੇ ਗਏ ਸੀ ਉਹਨਾਂ ਵਿੱਚੋਂ ਸਾਡੇ ਇੱਕ ਬੜੇ ਹੀ ਸਤਿਕਾਰਯੋਗ ਤੇ ਬੜੇ ਹੀ ਆਦਰਨੀय ਤੇ ਬੜੇ ਹੀ ਸੂਝਵਾਨ ਤੇ ਬੜੇ ਹੀ ਗਿਆਨਵਾਨ ਨੇ ਪਾਸਟਰ ਅਲੀ ਅਜ਼ਹਰ ਜੀ। ਮੇਰਾ ਖਿਆਲ ਉਹ ਕੋਈ ਚੇਅਰਮੈਨ ਵੀ ਨੇ ਕਿਸੇ ਸੰਸਥਾ ਦੇ। ਸੋ ਉਹਨਾਂ ਵੱਲੋਂ ਫਿਰ ਆਪਣਾ ਪੱਖ ਰੱਖਿਆ ਜਾ ਰਿਹਾ ਸੀ ਵੀ ਨਹੀਂ ਅਸੀਂ ਉਹਨਾਂ ਦੇ ਅੱਗੇ ਝੁਕੇ ਨਹੀਂ, ਅਸੀਂ ਉਹਨਾਂ ਨੂੰ ਕੋਈ ਇਦਾਂ ਦੀ ਗੱਲ ਨਹੀਂ ਸੀ ਜਾਂ ਕੋਈ ਬਿਨਾਂ ਗੱਲ ਤੋਂ ਸਮਝੌਤਾ ਨਹੀਂ ਕਰਿਆ। ਤੇ ਉਹਦੇ ਵਿੱਚ ਉਹ ਦੱਸ ਰਿਹਾ ਵੀ ਨਹੀਂ ਵਚਨ ਦੇ ਵਿੱਚ ਮੈਂ ਅੱਜ ਵੀ ਕਹਿੰਦੇ ਵੀ ਇਸ ਚੀਜ਼ ਦੇ ਨਾਲ ਐਗਰੀ ਕਰਦਾ ਕਿ ਵਚਨ ਦੇ ਵਿੱਚ ਜਿਹੜੇ ਵਚਨ ਨੂੰ ਜਾਣਨ ਵਾਲੇ ਆ ਯਾਨੀ ਕਿ ਉਹਨੂੰ ਜਿਹੜੇ ਮਸੀਹ ਦੇ ਵਿੱਚ ਆ ਗਏ ਨਾ, ਜਿਹੜੇ ਵਚਨ ਸੁਣਨਾ ਮਸੀਹ ਦੇ ਵਚਨ ਤੋਂ ਵਿਸ਼ਵਾਸ ਸੁਣਨ ਦੇ ਨਾਲ ਪੈਦਾ ਹੁੰਦਾ ਤੇ ਸੁਣਨਾ ਮਸੀਹ ਦੇ ਵਚਨ ਚੋਂ। ਸੋ ਜਿਹੜੇ ਵਚਨ ਸੁਣ ਕੇ ਮਸੀਹ ਦੇ ਵਿੱਚ ਆ ਗਏ ਉਹਨਾਂ ਨੂੰ ਮਸੀਹੀ ਕਿਹਾ ਜਾਂਦਾ ਹੈ, ਜਾਂ ਤੇ ਫਿਰ ਦੱਸੋ ਵੀ ਕਿਹਨਾਂ ਨੂੰ ਮਸੀਹੀ ਕਿਹਾ ਜਾਂਦਾ। ਤੇ ਕਹਿੰਦੇ ਜੀ ਉਹ ਵਚਨ ਦੇ ਵਿੱਚ ਮਸੀਹੀ ਲੋਕਾਂ ਨੂੰ ਨਹੀਂ ਕਿਹਾ ਗਿਆ ਕੁੱਤੇ, ਕਿਉਂਕਿ ਮਸੀਹੀ ਮਤਲਬ ਕਲੀਸਿਆ ਤੇ ਕਲੀਸਿਆ ਮਤਲਬ ਯਿਸੂ ਮਸੀਹ ਦਾ ਬਦਨ, ਤੇ ਯਿਸੂ ਮਸੀਹ ਦੇ ਬਦਨ ਨੂੰ ਕਿੱਦਾਂ ਕੁੱਤਾ ਲਿਖਿਆ ਜਾ ਸਕਦਾ। ਸੋ ਆਈ ਡੋਂਟ ਨੋ, ਮੈਂ ਇਹਨਾਂ ਚੀਜ਼ਾਂ ਤੇ ਜ਼ਿਆਦਾ ਡੀਪਲੀ ਨਹੀਂ ਜਾਵਾਂਗਾ, ਪਰ ਮੈਂ ਤੁਹਾਡੇ ਅੱਗੇ ਵਚਨ ਰੱਖਾਂਗਾ ਤੇ ਫੈਸਲਾ ਤੁਸੀਂ ਕਰ ਲਿਓ ਵੀ ਕੀ ਵਚਨ ਕੀ ਕਹਿੰਦਾ। दूसरा पत्रस 2:15 ਵਿੱਚ लिखा है वह सीधे मार्ग को छोड़कर भटक गए और ब्योर पुत्र बिलाम के मार्ग पर हो लिए जिसने अधर्म की मजदूरी को प्रिय जाना। ਇਹ ਹੁਣ ਇੱਕ ਪੁਰਾਣੇ ਦੀ ਪਹਿਲਾਂ ਉਦਾਹਰਨ ਦਿੱਤੀ ਜਾ ਰਹੀ ਹੈ। ਪੁਰਾਣੇ ਨਿਯਮ ਦੇ ਵਿੱਚ ਜਿਹੜਾ एक नबी सी बिलाम, पर उसके अपराध के विषय में उलाहना दिया गया, यहाँ तक कि अबोल गदी ने मनुष्य की बोली से उस भविष्यवक्ता को उसके
बावलेपन से रोका। ਅੱਗੇ ਆ ਗਈ ਇਹ ਹੁਣ ਉਦਾਹਰਨ ਦੇ ਕੇ ਹੁਣ ਆ ਗਈ ਹੈ ਗੱਲ ਜਿਨ੍ਹਾਂ ਨੂੰ ਪੱਤਰੀ ਲਿਖ ਰਿਹਾ ਪਤਰਸ ਕਲੀਸਿਆ ਨੂੰ ਪੱਤਰੀ ਲਿਖ ਰਿਹਾ ਹੈ ਉਹ ਅੰਨੇ ਕੌਮਾਂ ਨੂੰ ਨਹੀਂ ਜਾਂ ਕਿ ਉਹ ਗੈਰ ਮਸੀਹਾਂ ਨੂੰ ਨਹੀਂ। ਉਹ ਪੱਤਰੀ ਜਿਹੜੀ ਲਿਖੀ ਗਈ ਨਾ ਉਹ ਪੱਤਰੀ ਜਿਸ ਕਲੀਸਿਆ 'ਚ ਖੁਦਾਵੰਦ ਖੁਦਾ ਨੇ ਪਤਰਸ ਨੂੰ ਸੇਵਾ ਦਿੱਤੀ ਹੈ ਉਸ ਕਲੀਸਿਆ ਨੂੰ ਪਤਰਸ ਜਿਹੜਾ ਹੈ ਉਹ ਪੱਤਰੀ ਲਿਖ ਰਿਹਾ ਹੈ। ਤੇ ਪੱਤਰੀ ਲਿਖਦੇ ਵਕਤ ਉਹ ਕੀ ਕਰ ਰਿਹਾ ਹੈ ਪਹਿਲਾਂ ਇੱਕ ਉਦਾਹਰਨ ਦਿੰਦਾ ਬਿਲਿਆਮ ਦੀ ਫਿਰ ਉਹਦੇ ਬਾਅਦ ਦੱਸਦਾ ਵੀ गधी ने उन्हें अकल सिखाई। सो उस तो बाद लिखा भी ये लोग अंधे कुएं हैं और आंधी के उड़ाए हुए बादल हैं, उनके लिए अनंत अंधकार ठहराया गया है। सो इस तो ऊपर जो ਅਸੀਂ पढ़ते हैं 9 आयतें लिखे तो प्रभु के भक्तों को परीक्षा में से निकाल लेना और अधर्मियों को न्याय के दिन तक दंड की दशा में रखना भी जानता है। तो उस तो ऊपर ਅਸੀਂ देखते हैं भी किमें किमें प्रभु ने ਦੂਤਾਂ ਨੂੰ ਸਜ਼ਾਵਾਂ ਦਿੱਤੀਆਂ ਕਿਵੇਂ ਕਿਵੇਂ ਉਹਨਾਂ ਦੇ ਲਈ ਸਜ਼ਾਵਾਂ ਠਰਾਈਆਂ। ਉਹ ਕਰਦੇ ਕਰਦੇ ਮਤਲਬ ਇੱਕ ਕਲੀਸਿਆ ਨੂੰ ਸਮਝਾਉਂਦੇ ਵਿੱਚ ਹੀ ਬਿਲਿਆਮ ਦੀ ਉਦਾਹਰਨ ਆ ਗਈ ਹੈ। ਔਰ ਆਉਂਦੇ ਆਉਂਦੇ ਅਸੀਂ ਚੱਲਦੇ ਹਾਂ 18 आयत ਦੇ ਵਿੱਚ वह व्यर्थ घमंड की बातें करके लुचपन के कामों के द्वारा उन लोगों को जो शारीरिक अभिलाषाओं में फंसा लेते हैं जो भटके हुओं में से निकल के ही आ रहे हैं। ਤੇ ਇਹਦੇ ਵਿੱਚ ਹੁਣ ਤੁਸੀਂ ਦੱਸੋ ਵੀ ਇਹ ਜਿਹੜੇ ਭਟਕੇ ਹੋਏ ਲੋਕਾਂ ਦੇ ਵਿੱਚੋਂ ਨਿਕਲ ਕੇ ਆਏ ਆ ਜਿਹਨਾਂ ਨੂੰ ਇਹਨਾਂ ਨੇ ਸਰੀਰਕ ਅਭਿਲਾਸ਼ਾਵਾਂ ਦੇ ਵਿੱਚ ਫਿਰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਮਸੀਹੀ ਲੋਕ ਹੀ ਸੀਗੇ ਜਾਂ ਕਿ ਇਹ ਗੈਰ ਮਸੀਹੀ ਸੀ। ਇਹ ਵਚਨ ਕਿਹਨਾਂ ਵਾਸਤੇ ਲਿਖਿਆ ਜਾ ਰਿਹਾ? ਮੇਰੇ ਖਿਆਲ ਦੇ ਨਾਲ ਮੈਨੂੰ ਤਾਂ ਇਦਾਂ ਲੱਗਦਾ ਵੀ ਇਹ ਮਸੀਹਾਂ ਵਾਸਤੇ ਹੈ। ਬਾਕੀ ਇਹ सेवक जी दसणगे कि किहਨਾਂ वास्ते है। सो वह उन्हें स्वतंत्र होने की प्रतिज्ञा तो देते हैं पर आप ही सड़ाहट के दास हैं क्योंकि जो व्यक्ति जिससे हार गया वह उसका दास बन गया। और जब वह प्रभु और उद्धारकर्ता यीशु मसीह की पहचान के द्वारा सुनियो ये किहਨਾਂ ਦੇ ਲਈ है? ये गैर मसीही लोगों ਲਈ है ਜਾਂ मसीही लोगों ਦੇ ਲਈ है? लाइन मैं तुहाडे अगे रख रहा। जब वह प्रभु और उद्धारकर्ता यीशु मसीह की पहचान के द्वारा संसार की नाना प्रकार की अशुद्धता से बच निकले। कौन है भला? साफ लिखा प्रभु और उद्धारकर्ता यीशु मसीह की पहचान के द्वारा। ये कौन यीशु मसीह की पहचान के द्वारा बचे? मसीही लोग से बच निकले और फिर उनमें फंसकर हार गए। ਜਿਹੜੇ ਪਹਿਲਾਂ ਮਸੀਹ ਦੀ ਪਹਿਚਾਨ ਚ ਆ ਕੇ ਉਤੋਂ ਨਿਕਲੇ ਤੇ ਫਿਰ ਕੀ ਹੋਇਆ? ਫਿਰ ਉਨਮੇ ਫਸ ਕਰਕੇ ਇਹਦੇ ਵਿੱਚ ਸੰਸਾਰ ਦੀ ਅਸ਼ੁੱਧਤਾ ਵਿੱਚ, ਸੰਸਾਰ ਦੀਆਂ ਅਭਿਲਾਸ਼ਾਵਾਂ ਦੇ ਵਿੱਚ, ਫਿਰ ਉਨਮੇ ਫਸ ਕਰ ਹਾਰ ਗਏ तो उनकी पिछली दशा पहली से भी बुरी होगी। ਇਹ ਕਿਹਨਾਂ ਦੇ ਲਈ ਹੈ? ਇਹ ਮਸੀਹੀ ਲੋਕਾਂ ਦੇ ਲਈ ਹੈ। ਮੇਰੇ ਖਿਆਲ ਨਾਲ ਕਿਸੇ ਗੈਰ ਮਸੀਹੀ ਨੂੰ ਵੀ ਇਹ ਵਚਨ ਪੜਾਓ ਤੇ ਉਹ ਵੀ ਦੱਸ ਦੇਵੇਗਾ ਕਿ ਮਸੀਹੀ ਲੋਕਾਂ ਦੇ ਲਈ ਆ। ਔਰ ਸਾਡੇ ਹੋਣਹਾਰ ਪਾਸਟਰ ਲੋਕ ਪਤਾ ਨਹੀਂ ਕਿਹਨੂੰ ਖੁਸ਼ ਕਰਨਾ ਚਾਹੁੰਦੇ, ਕਿਹੜੇ ਇਨਸਾਨਾਂ ਨੂੰ ਖੁਸ਼ ਕਰਨਾ ਚਾਹੁੰਦੇ ਜਾਂ ਕਾਹਦੇ ਲਈ ਕਰਨਾ ਚਾਹੁੰਦੇ ਜਾਂ ਕਿਉਂ ਵਚਨ ਦੇ ਨਾਲ ਖੇਡਦੇ ਆ। ਫਿਰ ਜਦੋਂ ਮੇਰੇ ਵਰਗਾ ਬੋਲਦਾ ਤੇ ਫਿਰ ਕਹਿੰਦੇ ਤੁਸੀਂ ਅੰਕਲ ਨਰੂਲਾ ਦੇ ਪੱਖ ਵਿੱਚ ਬੋਲਦੇ ਜਾਂ ਫਲਾਣੇ ਦੇ ਖਿਲਾਫ ਬੋਲਦੇ ਹੋ। ਮੈਂ ਨਾ ਕਿਸੇ ਦੇ ਪੱਖ ਵਿੱਚ ਆ ਤੇ ਨਾ ਕਿਸੇ ਦੇ ਖਿਲਾਫ ਹੈ। ਮੇਰੇ ਨਾਲ ਤਾਂ ਜਿਹਨੇ ਗੱਲ ਕਰਨੀ ਹੈ ਵਚਨ ਦੀ ਦਲੀਲ ਦੇ ਕੇ ਗੱਲ ਕਰੇ। ਬੇਸ਼ੱਕ ਉਹ ਇੱਕ ਐਸਾ ਪਲੇਟਫਾਰਮ ਬਣਾ ਲੈਣਾ ਜਿੱਥੇ ਉਹ ਵੀ ਗੱਲ ਕਰ ਸਕੇ ਤੇ ਮੈਂ ਵੀ ਗੱਲ ਕਰ ਸਕਾਂ ਵਚਨ ਚੋਂ। ਵਚਨ ਤੋਂ ਬਾਹਰ ਕੋਈ ਨਹੀਂ। ਵਚਨ ਤੋਂ ਬਾਹਰ ਤੇ ਮੈਨੂੰ ਆ ਕੇ ਖੁਦਾ ਦਾ ਫਰਿਸ਼ਤਾ ਵੀ ਕੁਛ ਕਵੇ ਤੇ ਮੈਂ ਉਹਨੂੰ ਮੰਨਣ ਲਈ ਤਿਆਰ ਨਹੀਂ ਹਾਂ। ਤੇ ਫਿਰ ਅੰਕਲ ਨਰੂਲਾ ਜੀ ਜਾਂ ਕੋਈ ਬਰਜਿੰਦਰ ਜੀ ਜਾਂ ਕੋਈ ਹੋਰ ਦੂਏ ਤੀਏ ਦੀ ਤੇ ਗੱਲ ਤੁਸੀਂ ਛੱਡੋ। ਗੱਲ ਵਚਨ ਦੀ ਹੋਣੀ ਚਾਹੀਦੀ, ਵਚਨ ਦੀ ਦਲੀਲ ਦੇ ਨਾਲ। ਉਹ ਅਗਰ ਵਚਨ ਤੋਂ ਬਾਹਰ ਅੰਕਲ ਨਰੂਲਾ ਗੱਲ ਕਰੇਗਾ ਤੇ ਮੈਂ ਉਹਦੀ ਵੀ ਵਿਰੋਧਤਾ ਕਰਾਂਗਾ। ਵਚਨ ਤੋਂ ਅੰਗੇਜ਼ ਭਾਵੇਂ ਦੀਨਾ ਕਰਨ ਗੱਲ ਕਰੇ ਤੇ ਭਾਵੇਂ ਗ੍ਰਾਹਮ ਕੀ ਕਹਿੰਦੇ ਆ ਬਿਲੀ ਗ੍ਰਾਮ ਵੀ ਕਰਦਾ ਤੇ ਮੈਂ ਉਹਦੇ ਵੀ ਅੰਗੇਜ਼ਟ ਹੀ ਜਾਣਾ ਸੀ। ਸੋ ਵਚਨ ਦੀ ਗੱਲ ਹੈ ਤੇ ਫਿਰ ਵਚਨ ਦੀ ਗੱਲ ਜਿਹੜਾ ਕਰੂਗਾ, ਜੇ ਉਹ ਅੰਗੇਜ਼ਟ ਜਾਂਦਾ ਤੇ ਫਿਰ ਆਪਾਂ ਉਹਦੇ ਅੰਗੇਜ਼ਟ ਗੱਲ ਕਰਾਂਗੇ। ਜੇ ਉਹ ਵਚਨ ਦੇ ਪੱਖ ਦੀ ਗੱਲ ਕਰਦਾ ਤੇ ਫਿਰ ਆਪਾਂ ਉਹਦੇ ਪੱਖ ਦੀ ਗੱਲ ਕਰਾਂਗੇ। ਸੋ ਇਹਦਾ ਮਤਲਬ ਜੇ ਮੈਂ ਕੱਲ ਵੀ ਦੱਸਿਆ ਸੀਗਾ ਕਿ ਚੰਗੀ ਗੱਲ ਦੁਸ਼ਮਣ ਵੀ ਕਰੇ ਤੇ ਉਹਦੀ ਤਾਰੀਫ ਹੋਣੀ ਚਾਹੀਦੀ ਹੈ ਤੇ ਮਾੜੀ ਗੱਲ ਸੱਜਣ ਵੀ ਕਰੇ ਤੇ ਉਹਦੀ ਵਿਰੋਧਤਾ ਹੋਣੀ ਚਾਹੀਦੀ ਹੈ। ਸੋ ਵਿਚਾਰਾਂ ਦੀ ਵਿਰੋਧਤਾ ਹੈ, ਕਿਸੇ ਮਨੁੱਖ ਦੀ ਵਿਰੋਧਤਾ ਥੋੜੀ ਹੈ। ਸੋ ਜਦੋਂ ਜਿਸ ਗੱਲ ਨੂੰ ਲੈ ਕੇ ਹੁਣ ਵਿਰੋਧਤਾ ਹੋ ਰਹੀ ਆ ਉਸ ਗੱਲ ਦਾ ਆਪਾਂ ਪੱਖ ਦੇਖ ਲੈਂਦੇ ਹਾਂ ਵੀ ਕੀ ਹੈ। ਤੇ ਜੇ ਇਹਦੇ ਚ ਤੁਹਾਨੂੰ ਲੱਗੇ ਮੈਂ ਕਿਸੇ ਦਾ ਪੱਖ ਕਰਦਾ ਤੇ ਫਿਰ ਮੈਨੂੰ ਉਹ ਵੀ ਦਲੀਲ ਦੇ ਨਾਲ ਦੱਸਿਓ। ਐਵੇਂ ਕਮਲਿਆਂ ਜਾਂ ਵਾਂਗੂ ਨਾ ਕਰਿਆ ਕਰੋ। ਫਿਰ ਮੈਂ ਜਦੋਂ ਕਹਿੰਦਾ ਫਿਰ ਤੁਹਾਨੂੰ ਗੁੱਸਾ ਬੜਾ ਲੱਗਦਾ। सो देखते हैं क्योंकि धर्म के मार्ग में ना जानना, धर्म के मार्ग को ना जानना ही उनके लिए इससे भला होता है कि उसे जानकर उस पवित्र आज्ञा से फिर जाते जो उन्हें
सौंपी गई थी उन पर ये कहावत ठीक बैठती है। किहਨਾਂ ਦੇ ਲਈ ਹੈ? ਪਰ ਜਿਹੜੇ ਪਵਿੱਤਰ ਆਗਿਆ ਨੂੰ ਸੁਣ ਕੇ ਵੀ ਫਿਰ ਉਹਦੇ ਵਿੱਚ ਬਣੇ ਨਹੀਂ ਰਹੇ, ਉਹਨਾਂ ਦੇ ਲਈ ਹੈ। ਤੇ ਪਵਿੱਤਰ ਆਗਿਆ ਨੂੰ ਕਿਹਨਾਂ ਨੇ ਸੁਣਿਆ? ਮਸੀਹੀ ਲੋਕਾਂ ਨੇ ਸੁਣਿਆ। ਸੋ ਇਸ ਵਚਨ ਤੋਂ ਅਸੀਂ ਕਿੱਦਾਂ ਭੱਜ ਸਕਦੇ ਹਾਂ? ਕਿਵੇਂ ਇਸ ਵਚਨ ਤੋਂ ਪਰੇ ਹੋ ਸਕਦੇ ਹਾਂ? ਤੇ ਕੁੱਤੇ ਸ਼ਬਦ ਤੋਂ ਸਾਨੂੰ ਇੰਨੀ ਘਿਰਨਾ ਵੀ ਕਾਹਦੇ ਲਈ ਆ ਗਈ ਜਦੋਂ ਸਾਡਾ ਉਹਦੇ ਨਾਲ ਕੋਈ ਵਾਸਤਾ ਹੀ ਨਹੀਂ ਹੈ। ਜੇ ਤਾਂ ਅਸੀਂ ਕੁੱਤਿਆਂ ਵਾਲੇ ਕੰਮ ਕਰਦੇ ਹੋਈਏ, ਗੰਦੇ ਕੁੱਤਿਆਂ ਵਾਲੇ, ਤੇ ਫਿਰ ਤੇ ਸਾਨੂੰ ਫੀਲਿੰਗ ਹੋਵੇ। ਤੇ ਵਚਨ ਤੇ ਆਪਣੇ ਚੰਗੇ ਲੋਕਾਂ ਦੀ ਤੁਲਨਾ ਵੀ ਕੁੱਤਿਆਂ ਦੇ ਨਾਲ ਕਰਦਾ ਹੈ। ਤੁਸੀਂ ਸਮਝ ਲਓ, ਜੇ ਤੁਸੀਂ ਉਹਦੇ ਵਿੱਚ ਨਹੀਂ ਨਾ ਹੈਗੇ ਤੇ ਤੁਸੀਂ ਸਮਝ ਲਓ ਚੰਗੇ ਕੁੱਤਿਆਂ ਦੀ ਜਿਹੜੀ ਮਿਸਾਲ ਦਿੱਤੀ ਕਿ ਤੁਸੀਂ ਗਲਤ ਮਿਸਾਲ ਨੂੰ ਆਪਣੇ ਨਾਲ ਨਾ ਲਓ, ਤੁਸੀਂ ਚੰਗੀ ਮਿਸਾਲ ਨੂੰ ਲੈ ਲਓ ਵੀ ਤੁਸੀਂ ਚੰਗੇ ਕੁੱਤੇ ਹੋ। ਕਿਉਂਕਿ ਕੁੱਤੇ ਤੇ ਬਾਈਬਲ 'ਚ ਲਿਖਿਆ ਗਿਆ ਵੀ ਖੁਦਾ ਨੇ ਕਿਹਾ ਸੀ ਜਿਹੜੇ ਕੁੱਤੇ ਵਾਂਗੂ ਲੱਪ ਲੱਪ ਕਰਕੇ ਪਾਣੀ ਪੀਣ ਨਾ, ਉਹਨਾਂ ਨੂੰ ਚੁਣ ਲਈ। ਤੇ ਜਿਹਨਾਂ ਨੇ ਖੁਦਾ ਦੇ ਲਈ, ਖੁਦਾ ਦੀ ਜੰਗ ਦੇ ਲਈ ਆਪਣੇ ਆਪ ਨੂੰ ਕੁੱਤੇ ਦੀ ਮਾਨੀ ਦੇ ਪਾਣੀ ਪੀ ਕੇ ਆਪਣੇ ਆਪ ਨੂੰ ਖੁਦਾ ਦੇ ਕੇ ਪੇਸ਼ ਕੀਤਾ ਸੀ, ਖੁਦਾ ਨੇ ਉਹਨਾਂ ਚੁਣਿਆ। ਉਹਨਾਂ ਦੀ ਮਿਸਾਲ ਚੰਗੇ ਦੇ ਲਈ ਹੈ। ਗੂੰਗੇ ਕੁੱਤਿਆਂ ਦੀ ਮਿਸਾਲ ਦਿੱਤੀ ਗਈ ਤੇ ਜਿਹੜੇ ਖੁਦਾ ਦੇ ਹੱਕ 'ਚ ਭੌਂਕਦੇ ਆ ਉਹ ਵੀ ਤੇ ਮਤਲਬ ਮਿਸਾਲ ਕੁੱਤਿਆਂ ਵਾਲੀ ਹੈ। ਸੋ ਕੁੱਤੇ ਲਫ਼ਜ਼ ਤੋਂ ਸਾਨੂੰ ਇੰਨੀ ਐਲਰਜੀ ਕਾਹਲੀ ਹੋ ਗਈ? ਜਿੱਥੇ ਮੈਂ ਕਹਿੰਦਾ ਜ਼ਖਮ ਹੁੰਦਾ ਨਾ, ਉੱਥੇ ਨਮਕ ਲੱਗਦਾ ਹੈ। ਜਿਹੜਾ ਗਲਤ ਹੁੰਦਾ ਨਾ ਉਹਨੂੰ ਚੁੱਭਦੀ ਹੈ ਗੱਲ, ਜਿਹੜਾ ਸਹੀ ਉਹਨੂੰ ਕਾਹਦੀ ਗੱਲ ਚੁੱਭਦੀ? ਜਿਹਨੇ ਸਹੀ ਕੀਤਾ ਉਹਨੂੰ ਕੋਈ ਪਰਵਾਹ ਹੁੰਦੀ ਨਹੀਂ ਹੈ। ਜਿਹਨੇ ਗਲਤ ਕੀਤਾ ਹੈ, ਦੁਸ਼ਟ ਜਿਹੜਾ ਹੈ, ਉਹ ਪਰੇਸ਼ਾਨ ਹੁੰਦਾ ਹੈ। ਸੋ ਇੱਥੇ ਸਾਫ਼ ਕਲੀਅਰ ਹੋ ਰਿਹਾ ਵੀ ਹੁਣ ਉਹ ਜਿਹੜੀ ਸੰਤ ਪਲੂਸ ਦੀ ਲਿਖੀ ਹੋਈ ਗੱਲ ਹੈ ਵੀ ਕੁੱਤੋਂ ਸੇ ਚੌਕਸ ਰਹੋ, ਉਹਦੀ ਤਾਂ ਉਹਨੇ ਸਫਾਈ ਦੇਤੀ ਜੀ ਨਹੀਂ। ਉਹ ਤਾਂ ਯਹੂਦੀਆਂ ਨੂੰ ਕਾਟ-ਕੂਟ ਸ਼ੂਟ ਕਰਨ ਵਾਲਿਆਂ ਨੂੰ, ਸੁਨਤ ਕਰਨ ਵਾਲਿਆਂ ਦੀ ਗੱਲ ਕਰਦਾ ਪਿਆ। ਲੇਕਿਨ ਇੱਥੇ ਪਤਰਸ ਦੀ ਗੱਲ ਦੇਖਦੇ ਹਾਂ। पतरस की कहता है कि कुत्ता अपनी छांट की और धोई हुई सूरनी कीचड़ में लौटने के लिए चली जाती। हुण किहनूं कह रहा? मैं नहीं कहता कि मसीही समाज कुत्ता। याद रखियो, तुसीं बड़े समझदार हो, तुसीं इस गल नूं घुमा के फटाफट उधर नूं ले जाण दी कोशिश करनी। हुण मम्मी कुत्ता कह रहे ना, मैं बचन पढ़ा रहा तुहानूं ते फैसला तुसीं करना भी बचन किहनूं कुत्ता कह रहा, किस किस्म का कुत्ता कह रहा, चंगा कुत्ता कह रहा कि माड़ा कुत्ता कह रहा, किहने कुत्ता बन के भी परमेश्वर की आशीष नूं पाउणा ते किहने नहीं पाउणा, ये साडे उत्ते डिपेंड आ। क्योंकि वो औरत जिहड़ी आई सी ना अपनी धी नूं लैके, उन्हें कहता सी कहंदी कोई गल नहीं, जे तेरी रहमत कुत्ते बन के भी मिल जाए तो सौदा सस्ता ही। तो मैं तो कहना जे मैनू उहदी रहमत मिले कुत्ता बन के भी तो मैं बनने लिए तैयार हाँ, मैनू कोई प्रॉब्लम नहीं गी। उहदी रहमत होनी चाहिए। सिखां दे विच तुसीं कई वारी सुनिया होना, असीं तेरे दर दे कुकर आ। वो जिहड़ा कुकर कहंदे हुंदे वो कुत्ता शब्द ही है। उहनूं थोड़ा जिहा उन्होंने अपनी भाषा दे विच बयान करदे आ। सो कमले ना बनो, क्योंकि वचन साफ दसदा है। हुण वचन पढ़ लियो चंगी तरह। रब ने तुहानूं पवित्र आत्मा दिता है, तो पवित्र आत्मा के द्वारे लिखिया होया है, तो पढ़ियो कि इत्थे कुत्ते की व्याख्या किहदे नाल कीती गई है? मसीह दे विच आके जिहड़ा मसीह दे वचन दे विच बणिया नहीं रहिंदा, ਉਹਦੀ मिसाल दिती गई है कुत्ते दे नाल ते सूर दे नाल। ते अगे प्रभु यसु मसीह ने तो आप ही कहता सी पवित्र वस्त्र कुत्तियां नूं ना पाओ। हुण वस्त्र पवित्र आ, कुत्ते कौन है जिहड़े ਉਹਦੀ कदर नहीं करते? तो वचन ही कह रहा, कोई इंसान थोड़ी कह रहा। मैं तुहानूं कहां भी तुसीं कुत्ते हो, तो फिर मतलब तुहाडा फर्ज बनता भी तुसीं कहो भी हाँ जी नहीं, ये तुहाडा शब्द गलत है। सो पास्टर अली अजर की प्रार्थना करता रहांगा मैं, खुदा उन्होंने बड़ी आशीष ते बरकत देवे, ताकि जिथे प्रभु ने उन्होंने अपनी सेवकाई बख्शी है तो प्रभु उन्होंने समझदा रूह भी बख्शे। क्योंकि मैनू तो यह पता भी जिन्होंने पवित्र आत्मा मिलिया उन्होंने समझ ते बुद्ध, ज्ञान ते समर्थ, उहदे भै दा, उहदे ज्ञान दा आत्मा मिलिया है। उन्होंने सुलह ते सलाह दा आत्मा मिलिया है। उन्होंने गैरत दा ते अणख दा आत्मा मिलिया है। सो पवित्र आत्मा का मतलब सिर्फ गैर जबान विच दुआ करना नहीं हुंदा, उहदे नाल खुदावंद खुदा बहुत कुछ अता करता है। उन्होंने भी इस्तेमाल कर लिया करो कदी कदी। सो आओ असीं अपने मेन मुद्दे वाल वधदे हां। साडा विशा ये नहीं सी कि असीं इस पासे जाइए। असीं पढ़दे हां वचन बाइबल दे विचों एक खास वचन, फिर उस तो बाद असीं विचार करांगे। यशाया नबी की किताब 8 अध्याय ਉਹਦੀ 13 आयत। यशाया नबी की किताब
8 ਅਧਿਆਇ ਉਹਦੀ 13 ਆਇਤ ਵਿੱਚ इस तरह लिखा, सेनाओं के यहोवा ही को पवित्र जानना, सेनाओं के यहोवा ही को पवित्र जानना, उसी का डर मानना, उसी का भय रखना। सो अज असी देख रहे हैं कि इंसान के जीवन दे विचों प्रभु का डर जिहड़ा है ना ਇਹ ਨਜ਼ਰ ਨਹੀਂ ਆਉਂਦਾ, ਕਿਉਂਕਿ ਜਿਹਦੇ ਵਿੱਚ ਪ੍ਰਭੂ ਦਾ ਡਰ ਹੈ ਨਾ ਉਹ ਬੰਦਾ ਪਖੰਡ ਜਿਹਾ ਨਹੀਂ ਕਰ ਸਕਦਾ, ਤੇ ਪਖੰਡੀ ਉਹਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ। ਇਸ ਲਈ ਵਚਨ 'ਚ ਲਿਖਿਆ, ਤੁਹਾਡੀ ਹਾਂ ਦੀ ਹਾਂ ਤੇ ਤੁਹਾਡੀ ਨਾ ਦੀ ਨਾ ਹੋਵੇ। ਇੱਕ ਮਸੀਹੀ ਜੀਵਨ ਵਿੱਚ ਇਸ ਤੋਂ ਪਰੇ ਹੈ ਹੀ ਕੁਝ ਨਹੀਂ, ਇਸ ਤੋਂ ਅੱਗੇ ਗੱਲ ਕਰਨ ਦਾ ਵੀ ਕੋਈ ਫਾਇਦਾ ਨਹੀਂ। सो इसलिए अगली आयत है कि होशिया 13:4, मिस्र देश ही से मैं यहोवा तेरा परमेश्वर हूँ, तू मुझे छोड़ किसी को परमेश्वर करके ना जानना, क्योंकि मेरे सिवा कोई तेरा उद्धार करता नहीं। सो प्यारे अजीजो, ਜਦੋਂ ਕੋਈ ਮਸੀਹ ਨੂੰ ਨਾ ਜਾਣਨ ਵਾਲਾ ਮਸੀਹ ਦੀ ਵਿਰੋਧਤਾ ਕਰਦਾ ਆ ਗਲਤ ਤਰੀਕੇ ਦੇ ਨਾਲ, ਉਦੋਂ ਤੁਹਾਡੀ ਜ਼ੁਬਾਨ ਦੇ ਵਿੱਚੋਂ ਕੋਈ ਸ਼ਬਦ ਨਹੀਂ ਆਉਂਦਾ, ਤੇ ਜਦੋਂ ਤੁਹਾਡਾ ਕੋਈ ਆਪਣਾ ਤੁਹਾਨੂੰ ਸਮਝਾਉਣ ਦੇ ਲਈ ਕੋਸ਼ਿਸ਼ ਕਰਦਾ, ਉਦੋਂ ਤੁਸੀਂ ਉਹਦੇ ਦੁਆਲੇ ਹੁੰਦੇ ਹੋ। ਇਹੀ ਗੈਰਤ ਉਦੋਂ ਵਿਖਾਇਆ ਕਰੋ, ਉਦੋਂ ਆਇਆ ਕਰੋ ਮੋਹਰੇ। ਉਦੋਂ ਤੇ ਡਰ ਜਾਂਦੇ ਹੋ ਕਿਤੇ ਸਾਡੇ ਉੱਤੇ ਹਮਲਾ ਨਾ ਹੋ ਜਾਵੇ, ਕਿਤੇ ਸਾਨੂੰ ਘੇਰਾ ਨਾ ਪੈ ਜਾਵੇ, ਉਦੋਂ ਵੀ ਬੋਲਿਆ ਕਰੋ। ਉਦੋਂ ਵੀ ਥੋੜ੍ਹਾ ਜਿਹਾ ਬਿਸਤਰਿਆਂ ਦੇ ਵਿੱਚੋਂ ਬਾਹਰ ਆਇਆ ਕਰੋ, ਉਦੋਂ ਵੀ ਰਜਾਈਆਂ ਨੂੰ ਸੁੱਟ ਕੇ ਤੇ ਪ੍ਰਭੂ ਦੇ ਲਈ, ਉਹਦੀ ਅਣਖ ਦੇ ਲਈ ਬੋਲਣ ਦੀ ਕੋਸ਼ਿਸ਼ ਕਰਿਆ ਕਰੋ। ਸੋ ਆਓ ਅਸੀਂ ਵਚਨ ਨੂੰ ਪੜ੍ਹਦੇ ਹਾਂ ਤੇ ਸੁਣਦੇ ਹਾਂ, ਸਮਝਦੇ ਹਾਂ ਵੀ ਇੱਕ ਮਸੀਹੀ ਬੰਦੇ ਦੀ ਜਿਹੜੀ ਜ਼ਿੰਮੇਵਾਰੀ ਆ, ਉਹ ਪਰਮੇਸ਼ਵਰ ਨੂੰ ਪੂਰੀ ਬਰੀਕੀ ਦੇ ਨਾਲ ਜਾਣਨਾ ਤੇ ਸਮਝਣਾ ਆ। ਇਹ ਸਮਝੇਗਾ ਕੌਣ? ਪਰਮੇਸ਼ਵਰ ਨੂੰ ਪੂਰੀ ਰੀਤੀ ਦੇ ਨਾਲ ਕੌਣ ਸਮਝੇਗਾ? ਉਹਦੇ ਲਈ ਅਸੀਂ ਦੇਖਦੇ ਹਾਂ, ਸਮਝਣ ਦੇ ਲਈ ਸਭ ਤੋਂ ਪਹਿਲਾ ਜਿਹੜਾ ਸਿਸਟਮ ਉਹ ਕੀ ਹੈ। ਪਹਿਲਾ ਪਤਰਸ 1 ਉਹਦੀ 23 ਆਇਤ, क्योंकि तुमने नाशमान नहीं पर अविनाशी बीज से परमेश्वर के जीवते और सदा ठहरने वाले वचन के द्वारा नया जन्म पाया है। किवें होया साडा जन्म? एक मसीही की पहचान दसन लगा मैं। एक मसीही की पहचान की, ਉਹਦਾ जन्म किवें होया? कहना नाशमान ना नहीं पर अविनाशी बीज से परमेश्वर के जीवते और सदा ठहरने वाले वचन के द्वारा तुमने नया जन्म पाया है। सो प्यारे अजीजो, सानू परमेश्वर के घर दे विच जन्म लैन का मौका मिलिया, जिहदे असी योग, जिहदे असी लायक नहीं सी। और ये साडे चंगे कर्मां दा करके नहीं। जे परमेश्वर ने कर्मां दे मुताबक फैसला किया ना, फिर साडे विचों कोई उहदे राज दे विच दाखल होण दे योग नहीं। एवें घमंड भरियां गल्लां जिद्दां मर्जी कर लईए, पर जे उहदे अनुग्रह नूं वेखीए ते फिर उहदे अनुग्रह दे अगे साडे पाप जिहड़े ओह हल्के पै जांदे। सो ਉਹ ਅਨੁਗ੍ਰਹਿਕਾਰੀ ਪਰਮੇਸ਼ਵਰ ਜਿਹਨੇ ਪਾਪ ਦੀ ਹਾਲਤ ਵਿੱਚ ਸਾਨੂੰ ਚੁਣਿਆ, ਧਰਮੀ ਹੋਣ ਦੀ ਹਾਲਤ 'ਚ ਨਹੀਂ, ਤੇ ਪਾਪੀ ਦੀ ਸੂਰਤ ਦੇ ਵਿੱਚ ਉਹਨੇ ਸਾਨੂੰ ਆਪਣੇ ਪਿਆਰੇ ਪੁੱਤਰ ਮਸੀਹ ਯਸੂ ਦੇ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਕਰਕੇ ਆਪਣੇ ਘਰ ਦੇ ਅਧਿਕਾਰੀ ਬਣਾਇਆ। ਜਦੋਂ ਉਹਨੇ ਸਾਨੂੰ ਏਡਾ ਰੁਤਬਾ, ਏਡੀ ਇੱਜ਼ਤ ਦਿੱਤੀ ਹੈ, उस रुतबे ते उस इज्जत के सामने इस संसार के रुतबे है की है? कमले हो जाने, कोई MLA, कोई MP आ जाता साड़ी स्टेज उत्ते, असी भुल ही जाने साडा रुतबा परमेश्वर ने की रखा है। कित्थे परमेश्वर के घर च जन्मिया होया इंसान होवे ते कित्थे इस धरती के उत्ते एक राजनीतिक पोलीटिकल लाइन का बंदा होवे ते उहदे नाल तुसीं तुलना की करदे हो? तुहानूं दौड़ां पै जांदियां आ, तुसीं भुल जांदे हो कि खुदा की पवित्र जगह आ,
ਔਰ ਕਈ ਤੇ ਵਿਚਾਰੇ ਆਪਣੀ ਕੁਰਸੀ ਛੱਡ ਕੇ ਸੇਵਕ ਫਟਾਫਟ ਉੱਠ ਜਾਂਦੇ ਆ ਤੇ ਲੀਡਰ ਨੂੰ ਬਿਠਾ ਦਿੰਦੇ ਆ, ਜਿਨ੍ਹਾਂ ਨੂੰ ਇਹ ਨਹੀਂ ਪਤਾ, ਆਪਣੇ ਅਧਿਕਾਰ ਦਾ ਨਹੀਂ ਪਤਾ। ਉਹ ਫਿਰ ਕੌਮ ਨੂੰ ਦੂਸਰਿਆਂ ਦੇ ਵਿੱਚ ਬੇਇੱਜ਼ਤੀ ਕਰ ਸਕਦੇ ਆ, ਕੌਮ ਦੀ ਇੱਜ਼ਤ ਨਹੀਂ ਬਣਾ ਸਕਦੇ। ਅਧਿਕਾਰ ਦਾ ਪਤਾ ਹੋਣਾ ਚਾਹੀਦਾ। ਅਸੀਂ ਅਧਿਕਾਰ, ਯਿਸੂ ਮਸੀਹ ਨੇ ਕਿਹਾ ਜ਼ਮੀਨ ਤੇ ਆਸਮਾਨ ਦਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। ਜ਼ਮੀਨ ਤੇ ਅਸਮਾਨ ਦਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। ਅਧਿਕਾਰ ਪਾ ਕੇ ਯਿਸੂ ਮਸੀਹ ਕੀ ਕਹਿ ਰਿਹਾ ਹੈ? ਹੁਣ ਜਾਓ ਤੇ ਕੌਮਾਂ ਨੂੰ ਸ਼ਾਗਿਰਦ ਬਣਾਓ। ਹੁਣ ਮਸਲਾ ਕੀ ਆ ਗਿਆ? ਜਿਵੇਂ ਉਹਨੇ ਅਧਿਕਾਰ ਪਾਇਆ, ਉਸ ਅਧਿਕਾਰ ਦੇ ਵਿੱਚ ਸਾਨੂੰ ਹੁਣ ਪ੍ਰਭੂ ਯਿਸੂ ਮਸੀਹ ਸਾਂਝੀ ਬਣਾਉਂਦਾ ਹੈ ਤੇ ਨਾਲ ਪ੍ਰੋਮਿਸ ਕਰਦਾ ਹੈ, ਯੁੱਗਾਂ ਦੇ ਅੰਤ ਤੱਕ ਮੈਂ ਤੁਹਾਡੇ ਨਾਲ ਆ। ਸੋ ਜਦੋਂ ਅਧਿਕਾਰ ਹੋਵੇ ਨਾ ਕੋਲ, ਤੇ ਉਹਨੂੰ ਇਸਤੇਮਾਲ ਕਰਨਾ ਵੀ ਆਉਣਾ ਹੋਣਾ ਚਾਹੀਦਾ। ਇਸ ਲਈ ਏਲੀਜਾ ਨੇ ਪੂਰੀ ਗੈਰਤ ਦੇ ਵਿੱਚ ਕਿਹਾ, ਮੇਰੇ ਸ਼ਬਦ ਤੋਂ ਬਿਨਾ ਨਾ ਬਾਰਿਸ਼ ਤੇ ਨਾ ਔਂਸ ਦੀ ਇੱਕ ਬੂੰਦ ਡਿੱਗੂਗੀ। ਏਲੀਜਾ ਏਡਾ ਗੈਰਤਮੰਦ ਆ ਕਿ ਉਹ ਇਹ ਸ਼ਬਦ ਕਹਿ ਰਿਹਾ ਹੈ। ਔਰ ਫਿਰ ਏਲੀਜਾ ਕੀ ਕਹਿੰਦਾ ਆ? ਰਾਜਾ ਇੱਕ ਹੈਗਾ ਆ, ਰਾਜੇ ਦੇ ਹੁੰਦਿਆਂ ਹੋਇਆਂ ਖੁਦਾ ਦੇ ਹੁਕਮ ਨੂੰ ਮੰਨਦੇ ਹੋਏ ਤੇ ਅਧਿਕਾਰ ਨੂੰ ਸਮਝਦੇ ਹੋਏ ਉਹ ਰਾਜੇ ਦਾ ਵੀ ਲਿਹਾਜ਼ ਕਰਦਾ ਨਹੀਂ, ਜਿਹਨੂੰ ਆਪਣੇ ਅਧਿਕਾਰ ਦਾ ਪਤਾ ਹੈ। ਸੋ ਅੱਜ ਸਾਡੇ ਸਮਾਜ ਦੇ ਵਿੱਚ, ਮਸੀਹੀ ਸਮਾਜ ਦੇ ਵਿੱਚ ਪ੍ਰੋਬਲਮ ਕੀ ਆ ਗਈ ਆ? ਸਾਨੂੰ ਆਪਣੇ ਅਧਿਕਾਰ ਦਾ ਨਹੀਂ ਪਤਾ। ਇੱਕ ਸਟੇਜ ਦੇ ਉੱਤੇ ਕੁਝ ਐਕਟਰ ਆ ਗਏ, ਜਾਂ ਕਹਿ ਦਈਏ ਪੈਸੇ ਵਾਲੇ ਆ ਗਏ, ਜਾਂ ਸ਼ੌਹਰਤ ਵਾਲੇ ਲੋਕ ਆ ਗਏ, ਉਸੇ ਸਟੇਜ ਤੇ ਖੜਾ ਹੋ ਕੇ ਜਿਹਨੂੰ ਖੁਦਾ ਦਾ ਲੋਕ ਅਭਿਸ਼ਿਕਤ ਦੱਸੀ ਜਾਂਦੇ ਆ, ਜਿਹਨੂੰ ਖੁਦਾ ਦਾ ਠਹਿਰਾਇਆ ਹੋਇਆ ਦੱਸੀ ਜਾਂਦੇ ਆ, ਜਿਹਨੂੰ ਪ੍ਰੋਫਟ ਦੱਸੀ ਜਾਂਦੇ ਆ, ਉਹ ਖੁਦਾ ਦੇ ਬਦਨ ਨੂੰ ਆ। ਹੁਣੇ ਸਾਡੇ ਅਲੀਅਜ਼ਰ ਜੀ ਮੈਂ ਗੱਲ ਕਰ ਰਿਹਾ ਸੀ, ਕਹਿ ਰਹੇ ਸੀਗੇ ਕਿ ਜਿਹੜੀ ਕਲੀਸਿਆ ਨਾ, ਕਲੀਸਿਆ ਖੁਦਾ ਦਾ ਬਦਨ ਆ। ਤੇ ਹੁਣ ਉਹ ਜਿਹੜੇ ਆਏ ਸੀਗੇ, ਉਹਨਾਂ ਨੇ ਜੇ ਜੀਵਨ ਦਿੱਤਾ ਨਹੀਂਗਾ, ਹੀਰੋ ਲੋਕਾਂ ਨੇ ਜੇ ਜੀਵਨ ਨਹੀਂ ਸੀ ਦਿੱਤਾ ਪ੍ਰਭੂ ਯਿਸੂ ਮਸੀਹ ਨੂੰ, ਤੇ ਉਹਨਾਂ ਦੇ ਆਉਣ ਦੇ ਚਾਅ ਦੇ ਵਿੱਚ ਤੇ ਉਹਨਾਂ ਦੀ ਆਓ ਭਗਤ ਕਰਦੇ ਹੋਏ ਇੱਕ ਨਬੀ, ਜਿਹਨੂੰ ਤੁਸੀਂ ਕਹਿ ਰਹੇ ਹੋ ਨਾ, ਉਹ ਨਬੀ ਭੁੱਲ ਗਿਆ ਖੁਦਾ ਦੇ ਬਦਨ ਨੂੰ, ਤੇ ਸਟੇਜ ਤੇ ਖੜੇ ਹੋਏ ਆਪਣੇ ਹੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਪ੍ਰਭੂ ਨੇ ਸੇਵਾ ਬਖਸ਼ੀ, ਉਹ ਸੇਵਾਦਾਰ ਜਿਹੜੇ ਸਟੇਜ ਦੇ ਉੱਤੇ ਆ, ਜਵਾਨ ਲੜਕੇ ਆ, ਉਹਨਾਂ ਨੂੰ ਕਹਿ ਰਿਹਾ ਹੈ ਕਿ ਓਏ ਬਾਂਦਰੋ, ਚਲੋ ਸਟੇਜ ਤੋਂ ਥੱਲੇ ਚਲੋ, ਜੇ ਦੁਬਾਰਾ ਆਏ ਤੇ ਕੁੱਟਾਂਗਾ। ਸੋ ਇੱਧਰ ਕੁੱਤੇ ਵਾਲਾ ਮਸਲਾ ਚੁੱਕੇ ਬਹਿ ਗਏ, ਜਦ ਕਿ ਉਹਨਾਂ ਨੇ ਦੱਸਿਆ, ਸਮਝਾਇਆ ਵਚਨ ਦੇ ਵਿੱਚੋਂ ਵੀ ਕਿਹਨਾਂ ਨੂੰ ਕੁੱਤੇ ਕਿਹਾ ਗਿਆ ਆ। ਉਹ ਕਮਲਿਓ, ਉਹਨੇ ਤਾਂ ਸਾਫ਼ ਹੀ ਪ੍ਰਭੂ ਦੀ ਦੇਹ ਨੂੰ ਕੁੱਤੇ ਕਹਿ ਦਿੱਤਾ, ਤੁਹਾਡੇ ਮੁਤਾਬਕ ਹੀ। ਤੇ ਯਕੂਬ ਲਿਖਦਾ, ਓਏ ਤੁਸੀਂ ਜਿਹੜੇ ਆਪਣੇ ਆਪ ਨੂੰ ਮਸੀਹ ਕਹਿੰਦੇ ਹੋ, ਤੁਸੀਂ ਧਨਵਾਨਾਂ ਨੂੰ ਉੱਚੀਆਂ ਜਗ੍ਹਾ ਦੇ ਉੱਤੇ, ਚੰਗੇ ਸਥਾਨਾਂ ਤੇ ਗਰੀਬ ਦੀ ਤੁਸੀਂ ਪੱਤ ਲਾਉਂਦੇ ਹੋ। ਸੋ ਜਿਹੜਾ ਇਹੋ ਜਿਹਾ ਰੋਲ ਨਿਭਾਵੇ, ਵਚਨ ਉਹਨੂੰ ਡਾਂਟਦਾ ਆ। ਜਿਹੜਾ ਇਹੋ ਜਿਹਾ ਰੋਲ ਨਿਭਾਵੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ, ਵਚਨ ਉਹਨੂੰ ਘੂਰਦਾ ਆ। ਤੇ ਜਿਹੜਾ ਵਚਨ ਦੇ ਵਿੱਚ ਬਣਿਆ ਨਹੀਂ ਰਹਿੰਦਾ, ਵਚਨ ਉਹਨੂੰ ਮਸੀਹ ਹੀ ਨਹੀਂ ਕਹਿੰਦਾ। ਤੇ ਹੁਣ ਤੁਸੀਂ ਦੱਸੋ, ਉਹ ਜਿਹੜੇ ਪਿੱਛੇ ਸਟੇਜ ਦੇ ਉੱਤੇ ਲੜਕੇ ਖੜੇ ਆ, ਉਹ ਤੇ ਇਹਦੇ ਹਿਸਾਬ ਦੇ ਨਾਲ ਤੇ ਉਹ ਮਸੀਹ ਦਾ ਬਦਨ ਹੀ ਆ ਨਾ। ਤੇ ਉਹਨਾਂ ਨੂੰ ਕੀ ਕਹਿ ਰਹੇ ਆ ਭਲਾ? ਓਏ ਕਹਿੰਦਾ ਬਾਂਦਰੋ ਥੱਲੇ ਉਤਰੋ, ਦੁਬਾਰਾ ਜੇ ਨਜ਼ਰ ਆਏ ਤੇ ਕੁੱਟਾਂਗਾ। ਸੋ ਉਦੋਂ ਤੁਸੀਂ ਅੱਖਾਂ ਬੰਦ ਕਰ ਲੈਂਦੇ ਹੋ, ਮੂੰਦ ਲੈਂਦੇ ਹੋ, ਜਦੋਂ ਇਹੋ ਜਿਹਾ ਕਿ ਬੰਦਾ ਪ੍ਰਭੂ ਦੀ ਹਜ਼ੂਰੀ ਵਿੱਚ ਇਹ ਸਭ ਕੁਛ ਕਰਦਾ। ਤੇ ਜਦੋਂ ਮੇਰੇ ਵਰਗਾ ਬੰਦਾ ਕੋਈ ਗੱਲ ਕਰਦਾ ਨਾ ਵੀ ਪ੍ਰਭੂ ਦੀ ਹਜ਼ੂਰੀ ਵਿੱਚ ਇਹ ਚੀਜ਼ਾਂ ਬਰਦਾਸ਼ਤ ਤੋਂ ਬਾਹਰ ਦੀਆਂ, ਇਸ ਕਰਕੇ ਜੁੱਤੀ ਲਾ ਲੈਣੀ ਚਾਹੀਦੀ, ਤੇ ਉਹ ਤੁਹਾਡੇ ਲਈ ਇੱਕ ਵਿਸ਼ਾ ਬਣ ਜਾਂਦੀ। ਤੁਹਾਨੂੰ ਉਹ ਭੁੱਲ ਜਾਂਦੀ ਗੱਲ ਕਿ ਜੁੱਤੀ ਜਿਹੜੀ ਆ ਉਹਦੀ ਗੱਲ ਕੀਤੀ ਕਿਉਂ ਗਈ ਸੀ। ਤੇ ਕਈ ਫਿਰ ਟਾਂਚਬਾਜ਼ੀਆਂ ਲਾਉਂਦੇ, ਕਹਿੰਦੇ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਤੁਹਾਨੂੰ ਠਹਿਰਾਇਆ ਪ੍ਰਭੂ ਨੇ, ਜੁੱਤੀਆਂ ਦਾ ਨਹੀਂ।
ਖੁਸ਼ਖਬਰੀ ਦੇ ਨਾਲ ਹੀ ਪ੍ਰਭੂ ਨੇ ਸਾਵਧਾਨ ਕੀਤਾ, ਜੇ ਬੰਦੇ ਦੇ ਪੁੱਤਰਾਂ ਨੂੰ ਨਾ ਚੱਲੇ ਤੇ ਜੁੱਤੀਆਂ ਵੀ ਪੈਣਗੀਆਂ। ਸੋ ਅਸੀਂ ਨਹੀਂ ਮਾਰਨੀਆਂ, ਉਹ ਖੁਦਾ ਨੇ ਆਪੇ ਵਕਤ ਆਉਣ ਦੇ ਉੱਤੇ ਲਾ ਹੀ ਦੇਣੀ ਹੈ। ਪਰ ਅਸੀਂ ਤੇ ਜਿਹੜੀ ਜਲਨ ਤੇ ਗੈਰਤ ਖੁਦਾ ਦੇ ਲਈ ਇੱਕ ਉਹਦੇ ਬੰਦੇ ਦੇ ਵਿੱਚ ਹੋਣੀ ਚਾਹੀਦੀ ਹੈ, ਉਹਨੂੰ ਬਿਆਨ ਕੀਤਾ। ਤੁਹਾਨੂੰ ਗੈਰਤ ਵਾਲੀ ਗੱਲ ਸ਼ਰਮ ਦੀ ਮਹਿਸੂਸ ਹੁੰਦੀ ਹੈ, ਤੇ ਬੇਗੈਰਤੀ ਦੀ ਗੱਲ ਦੇ ਉੱਤੇ ਤੁਸੀਂ ਪਰਦੇ ਪਾਉਂਦੇ ਹੋ। ਨਹੀਂ ਕੋਈ ਗੱਲ ਨਹੀਂ, ਆਹ ਹੋ ਗਿਆ ਸੀ, ਇੱਦਾਂ ਹੋ ਗਿਆ ਸੀ, ਉਹਨੇ ਕਹਿਣ ਦਾ ਮਤਲਬ ਆਹ ਸੀ, ਉਹਨੇ ਕਹਿਣ ਦਾ ਮਤਲਬ ਆਹ ਸੀ, ਉਹਨੇ ਆਇਆ ਇਸ ਗੱਲ ਨੂੰ ਇੱਦਾਂ ਕਿ ਕਿੰਨੇ ਕੁ ਤੁਸੀਂ ਪਰਦੇ ਪਾਓਗੇ। ਜੋ ਹੋਇਆ ਉਹਨੂੰ ਦੁਨੀਆ ਨੇ ਦੇਖਿਆ। ਸੋ ਪਿਆਰੇ ਜੀ, ਜੋ ਲਿਖਿਆ ਤੁਸੀਂ ਸਦਾ ਠਹਿਰਨ ਵਾਲੇ ਅਵਿਨਾਸ਼ੀ ਬੀਜ ਤੋਂ ਤੁਹਾਡਾ ਜਨਮ ਹੋਇਆ, ਤੇ ਤੁਸੀਂ ਹੁਣ ਪਰਮੇਸ਼ਵਰ ਦਾ ਅੰਸ਼ ਹੋ। ਪਰਮੇਸ਼ਵਰ ਦਾ ਬੀਜ ਹੋ ਤੁਸੀਂ, ਪਰਮੇਸ਼ਵਰ ਦੇ ਬਦਨ ਦਾ ਤੁਸੀਂ ਹਿੱਸਾ ਹੋ। ਤੇ ਦੂਜੇ ਸ਼ਬਦਾਂ 'ਚ ਅਗਰ ਇਹਦੀ ਗਹਿਰਾਈ ਨੂੰ ਸਮਝਣਾ ਤੇ ਤੁਸੀਂ ਪਰਮੇਸ਼ਵਰ ਹੋ। ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਅਧਿਕਾਰ, ਤੁਹਾਡਾ ਰੁਤਬਾ ਕੀ ਹੈ। ਇਨਸਾਨ ਤੋਂ ਇਨਸਾਨ ਪੈਦਾ ਹੁੰਦਾ, ਸਰੀਰ ਤੋਂ ਸਰੀਰ ਪੈਦਾ ਹੁੰਦਾ, ਆਤਮਾ ਤੋਂ ਆਤਮਾ ਪੈਦਾ ਹੁੰਦਾ। ਤੇ ਜਦੋਂ ਤੁਹਾਨੂੰ ਪਰਮੇਸ਼ਵਰ ਦੇ ਘਰ 'ਚ ਜਨਮ ਲੈਣ ਦਾ ਮੌਕਾ ਮਿਲਿਆ, ਜਦੋਂ ਤੁਸੀਂ ਪਰਮੇਸ਼ਵਰ ਤੋਂ ਪੈਦਾ ਹੋਏ ਹੋ, ਤੇ ਤੁਸੀਂ ਪਰਮੇਸ਼ਵਰ ਹੋ। ਇਸੇ ਲਈ ਵਚਨ 'ਚ ਲਿਖਿਆ ਹੈ, ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ ਤੁਸੀਂ ਪ੍ਰਭੂ ਹੋ, ਤੇ ਉਹ ਪ੍ਰਭੂਆਂ ਦਾ ਪ੍ਰਭੂ ਹੈ। ਤੇ ਪ੍ਰਭੂ ਲੋਕਾਂ ਦੇ ਅੱਗੇ ਤੇ ਲੋਕ ਜਿਹੜੇ ਆ ਨਾ, ਉਹਨਾਂ ਦਾ ਵਜੂਦ ਕੀ ਹੈ? ਜਿਹੜਾ ਖੁਦਾ ਨੂੰ ਨਹੀਂ ਜਾਣਦਾ, ਉਹਦਾ ਵਜੂਦ ਕੀ ਹੈ ਖੁਦਾ ਦੇ ਲੋਕਾਂ ਦੇ ਅੱਗੇ? ਜਿਹਨੇ ਮਸੀਹ ਨੂੰ ਜਾਣ ਲਿਆ, ਉਹ ਤੇ ਗਰੀਬ ਤੋਂ ਗਰੀਬ ਵੀ ਇਸ ਧਰਤੀ ਦੇ ਸਭ ਤੋਂ ਅਮੀਰ ਆਦਮੀ ਤੋਂ ਅਮੀਰ ਆ। ਪਰ ਤੁਸੀਂ ਦੇਖਦੇ ਹੋ ਅੱਜ ਕੱਲ ਹੋ ਕੀ ਰਿਹਾ ਹੈ। ਫਿਰ ਕਹਿੰਦੇ ਤੁਹਾਡਾ ਪ੍ਰਚਾਰ ਦੇ ਵਿੱਚ ਪਿਆਰ ਨਹੀਂ ਨਜ਼ਰ ਆਉਂਦਾ, ਤੇ ਤੁਸੀਂ ਪਿਆਰ ਕਰਦੇ ਕਰਦੇ ਨਫ਼ਰਤ ਕਰੀ ਜਾਂਦੇ ਹੋ। ਅਸੀਂ ਬੇਸ਼ੱਕ ਤਰੀਕਾ ਸਾਡਾ ਗੁੱਸੇ ਵਾਲਾ ਹੈ, ਪਰ ਸਾਨੂੰ ਪਿਆਰ ਦਾ ਵੀ ਪਤਾ ਹੈ ਤੇ ਉਹਦੀ ਪਰਿਭਾਸ਼ਾ ਦਾ ਵੀ ਪਤਾ। ਇਹ ਪਿਆਰ ਕਹਿ ਕੇ ਤੁਸੀਂ ਕਲੀਸਿਆ ਦਾ ਸੱਤਿਆਨਾਸ਼ ਕਰੀ ਜਾਂਦੇ ਹੋ। ਤੇ ਜਿੱਥੇ ਪਿਆਰ ਦਿਖਾਉਣਾ ਹੁੰਦਾ, ਉੱਥੇ ਤੁਹਾਡੇ ਕੋਲ ਦਿਖਾਇਆ ਨਹੀਂ ਜਾਂਦਾ। ਜਿੱਥੇ ਨਹੀਂ ਦਿਖਾਉਣਾ, ਉੱਥੇ ਤੁਹਾਡਾ ਪਿਆਰ ਉਮੜਨ ਲੱਗ ਪੈਂਦਾ, ਉਛਲਣ ਲੱਗ ਪੈਂਦਾ। ਸੋ ਦੇਖਦੇ ਆ ਵਚਨ ਦੇ ਵਿੱਚ ਕੁਲਸੀਓ 3:10 ਦੇ ਵਿੱਚ ਲਿਖਿਆ, ਔਰ ਨਏ ਮਨੁਸ਼ਤਵ ਕੋ ਪਹਿਨ ਲਿਆ ਹੈ। ਜਿਹਨੇ ਪਰਮੇਸ਼ਵਰ ਦੇ ਘਰ ਦੇ ਵਿੱਚ ਜਨਮ ਲਿਆ, ਉਹਨੇ ਕਿਹਨੂੰ ਪਹਿਨ ਲਿਆ ਹੈ ਭਲਾ? ਉਹਦੇ ਕੋਲ ਹੁਣ ਪੁਰਾਣਾ ਮਨੁੱਖ ਨਹੀਂਗਾ, ਉਹਦੇ ਕੋਲ ਨਵਾਂ ਮਨੁੱਖ ਹੈ। ਉਹਨੇ ਨਵੇਂ ਮਨੁੱਖ ਨੂੰ ਪਹਿਨ ਲਿਆ ਹੈ। ਹੁਣ ਜਿਹਨੇ ਨਵੇਂ ਮਨੁੱਖ ਨੂੰ ਪਹਿਨ ਲਿਆ ਨਾ, ਉਹਨੇ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਿਆ ਹੈ। ਜਿਹਨੇ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਿਆ ਹੈ, ਉਹਨੇ ਯਿਸੂ ਮਸੀਹ ਦੀ ਪਵਿੱਤਰਤਾ ਨੂੰ ਪਹਿਨ ਲਿਆ ਹੈ। ਜਿਹਨੇ ਯਿਸੂ ਮਸੀਹ ਨੂੰ ਪਹਿਨ ਲਿਆ, ਉਹਨੇ ਯਿਸੂ ਮਸੀਹ ਦੇ ਅਧਿਕਾਰ ਨੂੰ ਪਹਿਨ ਲਿਆ ਹੈ। ਜਿਹਨੇ ਯਿਸੂ ਮਸੀਹ ਨੂੰ ਪਹਿਨ ਲਿਆ ਹੈ, ਉਹਨੇ ਯਿਸੂ ਮਸੀਹ ਦੀ ਅਣਖ ਗੈਰਤ ਨੂੰ ਵੀ ਪਹਿਨ ਲਿਆ ਹੈ। ਜਿਹਨੇ ਯਿਸੂ ਮਸੀਹ ਨੂੰ ਪਹਿਨ ਲਿਆ ਹੈ, ਉਹਦੇ ਅੰਦਰ ਯਿਸੂ ਮਸੀਹ ਵਰਗੀ ਅਣਖ ਤੇ ਜਲਨ, ਜਿਹੜਾ ਕਹਿੰਦਾ ਮੈਨੂੰ ਤੇਰੇ ਘਰ ਦੀ ਗੈਰਤ ਖਾ ਗਈ। ਸੋ ਜਿਹਨੇ ਯਿਸੂ ਮਸੀਹ ਨੂੰ ਪਹਿਨਿਆ, ਉਹ ਬੁਰਾਈ ਨੂੰ ਵੇਖ ਕੇ ਕਦੇ ਚੁੱਪ ਰਹਿ ਸਕਦਾ ਨਹੀਂ। ਉਹ ਬੁਰਾਈ ਦੇ ਖਿਲਾਫ ਚੀਕੇਗਾ। ਤੇ ਜਿਹੜਾ ਬੁਰਾਈ ਨੂੰ ਦੇਖ ਕੇ ਘੇਸਰ ਵੱਟੀ ਜੀ ਮਾਰ ਜਾਵੇ ਨਾ, ਉਹ ਫਿਰ ਦੁਚਿੱਤਾ ਮਨੁੱਖ ਆ। ਔਰ ਵਚਨ 'ਚ ਲਿਖਿਆ, ਦੁਚਿੱਤੇ ਉਹਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। सो ध्यान रखो, लिखा है और नए मनुष्यों को पहन लिया है जो अपने सृजनहार के स्वरूप के अनुसार ज्ञान प्राप्त करने के लिए नया बनता जाता है। ये जिन्हों परमेश्वर ने अपने घर दे विच जन्म लैण दा मौका मिलिया ना, जिन्हों दिता परमेश्वर अपने घर च जन्म लैण दा मौका, ਉਹਦੀ ਪਹਿਲੀ ਪਹਿचान ਉਹਨੇ ਨਵੇਂ ਮਨੁੱਖਤਵ ਨੂੰ ਯਾਨੀ ਕਿ ਯਿਸੂ ਮਸੀਹ ਨੂੰ ਪਹਿਨ ਲਿਆ। ਹੁਣ ਇਹ ਜਿਹੜਾ ਹੈਗਾ ਨਾ ਨਵਾਂ ਮਨੁੱਖ, ਇਹਨੇ ਆਪਣੇ ਸਿਰਜਣਹਾਰ ਦੇ ਸਵਰੂਪ ਦੇ ਅਨੁਸਾਰ ਗਿਆਨ ਪ੍ਰਾਪਤ ਕਰਨ ਦੇ ਲਈ ਇਹਨੇ ਨਵਾਂ ਬਣਦਾ ਜਾਣਾ। ਯਾਨੀ ਕਿ ਇਹਦੀ ਹਰ ਕੋਸ਼ਿਸ਼ ਕੀ ਹੈ, ਇਹਨੇ ਗਿਆਨ ਨੂੰ ਹਾਸਲ ਕਰਕੇ ਆਪਣੇ ਸਿਰਜਣਹਾਰ ਪਰਮੇਸ਼ਰ ਵਰਗਾ ਬਣਨਾ ਹੈ। ਤੇ ਜਦੋਂ ਇਹਨੂੰ ਤੁਸੀਂ ਗਿਆਨ ਦੀ ਜਗ੍ਹਾ ਛੱਡ ਕੇ, ਗਿਆਨ ਦੀਆਂ ਗੱਲਾਂ ਤੋਂ ਹਟਾ ਕੇ, ਜਦੋਂ ਇਹਨਾਂ ਦਾ ਧਿਆਨ ਤੁਸੀਂ ਆ ਦੁਨੀਆ ਦੇ ਨਾਚ ਰੰਗਾਂ ਵੱਲ ਤੇ ਇਹੋ ਜਿਹੀਆਂ ਚੀਜ਼ਾਂ ਵੱਲ ਜਦੋਂ ਤੁਸੀਂ ਲੈ ਕੇ ਜਾਵੋਗੇ,
ਤੇ ਮੇਰੇ ਪਿਆਰਿਓ, ਰੱਬ ਦਾ ਖੌਫ ਖਾਓ, ਰੱਬ ਤੋਂ ਡਰੋ। ਲਿਖਿਆ ਹੈ ਵੀ ਉਹਦੇ ਧੀਰਜ ਨੂੰ ਨਾ ਤੁਸੀਂ ਵਿਅਰਥ ਨਾ ਜਾਣੋ, ਬਲਕਿ ਬੜੇ ਸਬਰ ਦੇ ਨਾਲ ਤੁਹਾਨੂੰ ਮੌਕਾ ਦੇ ਰਿਹਾ ਕਿ ਸੁਧਰ ਜਾਓ। ਕਿਉਂਕਿ ਜਦੋਂ ਉਹਦੇ ਨਿਆਂ ਦੀ ਅੱਗ ਨੇ ਆਉਣਾ ਨਾ, ਤੇ ਜਿੰਨਾ ਘਾਹ ਫੂਸ ਆ ਇਹ ਬਰਬਾਦ ਹੋਣ ਲੱਗਿਆ ਮਿੰਟ ਨਹੀਂ ਲੱਗਣਾ। ਉਦੋਂ ਮੇਰੇ ਵਰਗੇ ਦੀਆਂ ਗੱਲਾਂ ਫਿਰ ਤੁਹਾਨੂੰ ਚੇਤੇ ਆਉਣੀਆਂ। ਕਹਿੰਦਾ ਤੇ ਬੜੇ ਗੁੱਸੇ ਤੇ ਬੜੇ ਕ੍ਰੋਧ ਨਾਲ ਹੁੰਦਾ ਸੀ, ਪਰ ਗੱਲਾਂ ਉਹਦੀਆਂ ਠੀਕ ਸੀ। ਤੇ ਇਸ ਤੋਂ ਪਹਿਲਾਂ ਬਰਬਾਦੀ ਦਾ ਆਲਮ ਤੁਹਾਨੂੰ ਘੇਰਾ ਪਾ ਲਵੇ, ਅਜੇ ਮੌਕਾ ਆਇਆ, ਸੱਚਾਈ ਦੇ ਉੱਤੇ ਖੜੇ ਹੋਵੋ। ਜਦੋਂ ਵੀ ਬੋਲੋ, ਸੱਚ ਦੇ ਹੱਕ ਦੇ ਵਿੱਚ ਬੋਲੋ, ਚਾਪਲੂਸੀਆਂ ਨਹੀਂ। ਵਚਨ ਦੱਸਦਾ ਆ, ਇਹਨੇ ਉਹ ਗਿਆਨ ਪ੍ਰਾਪਤ ਕਰਨਾ ਆ ਜਿਹਨੂੰ ਪਾ ਕੇ ਇਹਨੇ ਆਪਣੇ ਸ੍ਰਿਸ਼ਟੀਕਰਤਾ, ਆਪਣੇ ਬਣਾਉਣ ਵਾਲੇ ਪਰਮੇਸ਼ਵਰ ਵਰਗਾ ਬਣਨਾ। ਇਸ ਲਈ ਯੋਹੰਨਾ ਲਿਖਦਾ ਆਪਣੇ ਖੱਤ ਦੇ ਵਿੱਚ, ਹੇ ਬੱਚਿਓ, ਅਜੇ ਇਹ ਨਹੀਂ ਪ੍ਰਗਟ ਹੋਇਆ ਵੀ ਅਸੀਂ ਕੀ ਕੁਝ ਹੋਵਾਂਗੇ, ਪਰ ਇੱਕ ਗੱਲ ਪੱਕੀ, ਜਾਂ ਪ੍ਰਭੂ ਯਿਸੂ ਮਸੀਹ ਆਵੇਗਾ, ਜਿਹੋ ਜਿਹਾ ਉਹ ਆ ਉਹੋ ਜਿਹੇ ਅਸੀਂ ਹੋਵਾਂਗੇ। ਤੇ ਅੱਜ ਆਪਣੇ ਵੱਲ ਧਿਆਨ ਮਾਰੀਏ, ਚੈੱਕ ਕਰੀਏ ਤੇ ਵੇਖੀਏ, ਜੇ ਅੱਜ ਪ੍ਰਭੂ ਯਿਸੂ ਮਸੀਹ ਆ ਜਾਵੇ ਤੇ ਕੀ ਅਸੀਂ ਉਹਦੇ ਵਰਗੇ ਹੈਗੇ? ਤੇ ਜਾਣਾ ਉਹਦੇ ਨਾਲ ਉਹਨੇ ਹੀ ਆ ਜਿਹੜਾ ਉਹਦੇ ਵਰਗਾ ਹੋਇਆ। ਬਾਕੀ ਸ਼ਾਨ ਪੂਣ ਇੱਥੇ ਰਹਿ ਜਾਣੀ। ਤੇ ਜਦੋਂ ਜਿਹੜਾ ਲੈਣ ਆਉਣ ਵਾਲਾ, ਜਦੋਂ ਜਿਹਦੇ ਨਾਲ ਅਸੀਂ ਰਹਿਣਾ, ਜਦੋਂ ਜਿਹਨੇ ਸਾਨੂੰ ਆਪਣੇ ਨਾਲ ਰਹਿਣ ਦੇ ਲਈ ਬੁਲਾਇਆ, ਜਦੋਂ ਸਾਨੂੰ ਇਹ ਪਤਾ ਵਚਨਾਂ ਦੇ ਮੁਤਾਬਕ ਕਿ ਉਹ ਲੈਣ ਵਾਲਾ ਸਾਨੂੰ ਲੈਣ ਆਉਣ ਵਾਲਾ ਆ, ਉਦੋਂ ਅਸੀਂ ਕਿਹੜੇ ਕੰਮਾਂ ਦੇ ਵਿੱਚ ਆਪ ਲੱਗੇ ਹੋਏ ਹਾਂ ਤੇ ਕਿਹੜੇ ਕੰਮਾਂ ਦੇ ਵਿੱਚ ਅਸੀਂ ਕਲੀਸਿਆ ਨੂੰ ਲਾਇਆ ਹੋਇਆ ਹੈ। ਕਲੀਸਿਆ ਨੂੰ ਤੇ ਲਾਉਣਾ, ਵਚਨ ਲਿਖਦਾ, ਗਿਆਨ ਪ੍ਰਾਪਤ ਕਰਨੇ ਕੇ लिए नया बनता जाता है। ਇਹਨੇ ਤੇ ਗਿਆਨ ਇਸ ਲਈ ਪ੍ਰਾਪਤ ਕਰਨਾ ਆ ਜਿਹਦੇ ਲਈ ਪਰਮੇਸ਼ਵਰ ਨੇ ਇਹਨੂੰ ਆਪਣੇ ਘਰ ਦੇ ਵਿੱਚ ਜਨਮ ਲੈਣ ਦਾ ਮੌਕਾ ਦਿੱਤਾ ਹੈ। ਜਦੋਂ ਕਿ ਪ੍ਰਭੂ ਦੀ ਆਮਦ ਨੇੜੇ ਆ, ਅਸੀਂ ਕਲੀਸਿਆ ਨੂੰ ਕਿਹੜੇ ਰਾਹ ਪਾਉਣ ਡਏ? ਅਸੀਂ ਦੂਸਰਿਆਂ ਨਾਲ ਕੰਪੀਟੀਸ਼ਨ ਕਰਦੇ ਹੋਏ ਵੀ ਅਸੀਂ ਉਹਨਾਂ ਤੋਂ ਵੱਧ ਭੀੜ ਦਿਖਾਉਣੀ ਆ। ਅਸੀਂ ਸਟੇਜ ਦੇ ਉੱਤੇ ਹੀਰੋਆਂ ਨੂੰ ਬੁਲਾਉਣ ਡਏ ਆ। ਜਿਹੜੀ ਭੀੜ ਐਕਟਰਾਂ ਦੇ ਨਾਮ ਦੇ ਉੱਤੇ ਇਕੱਠੀ ਕੀਤੀ ਗਈ ਹੋਵੇ ਤੇ ਫਿਰ ਉਸੇ ਭੀੜ ਦਾ ਤੁਸੀਂ ਘਮੰਡ ਕਰੋ ਤੇ ਫਿਰ ਪ੍ਰਭੂ ਕੋ ਕੀ ਅਜਰ ਮਿਲੂਗਾ? ਇਹ ਭੀੜ ਕਿਤੇ ਤੁਸੀਂ ਪ੍ਰਭੂ ਦੀ ਸਚਾਈ ਨੂੰ ਦੱਸ ਕੇ ਇਕੱਠੀ ਕੀਤੀ ਹੁੰਦੀ, ਹੀਰੋ ਦਿਖਾ ਕੇ ਨਹੀਂ, ਹੀਰੋਇਨਾਂ ਦਿਖਾ ਕੇ ਨਹੀਂ, ਕਮੇਡੀ ਕਰਾ ਕੇ ਨਹੀਂ, ਅਸ਼ਲੀਲ ਗੱਲਾਂ ਕਰਾ ਕੇ ਨਹੀਂ, ਅਸ਼ਲੀਲ ਗੱਲਾਂ ਦੇ ਵਿੱਚ ਆਪ ਵੀ ਸਾਂਝੀ ਹੋ ਕੇ ਨਹੀਂ। ਇਹ ਭੀੜ ਕਿਤੇ ਤੁਸੀਂ ਸੱਚ ਹੱਕ ਦੇ ਵਿੱਚ ਖੜੀ ਕੀਤੀ ਹੁੰਦੀ, ਦਿਖਾਈ ਹੁੰਦੀ ਤੇ ਕੋਈ ਗੱਲ ਹੁੰਦੀ। ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਇਹ ਅੱਜ ਤੇ ਤੁਸੀਂ ਹੀਰੋ ਲੈਂਦੇ ਆ ਦੂਸਰੇ ਦੀ ਭੀੜ ਤੋਂ ਆਪਣੀ ਭੀੜ ਜ਼ਿਆਦਾ ਵਿਖਾਉਣ ਲਈ, ਤੇ ਫਿਰ ਹੁਣ ਸਫਾਈਆਂ ਦਿੰਦੇ ਹੋ ਕਈ ਤਰ੍ਹਾਂ ਦੀਆਂ। ਕੱਲ ਨੂੰ ਕਿਤੇ ਉੱਥੇ ਕੈਬਰੇ ਡਾਂਸ ਨਾ ਕਰਵਾਉਣ ਲੱਗ ਪਈਓ। ਵੀ ਜਨਾਹਗਰ ਔਰਤਾਂ ਨੂੰ ਵੀ ਹੱਕ ਆ ਪ੍ਰਭੂ ਦੇ ਵਿੱਚ ਆਉਣ ਦਾ। ਜਨਾਹਗਰ ਔਰਤਾਂ ਨੂੰ ਹੱਕ ਸੀਗਾ ਪ੍ਰਭੂ ਦੇ ਕੋਲ ਆਉਣ ਦਾ, ਪਰ ਜਨਾਹਗਰੀ ਛੱਡ ਕੇ ਆਈਆਂ ਸੀ। ਆ ਕਈ ਸ਼ਦਾਈਆਂ ਜਿਹਾਂ ਨੂੰ ਬਾਅਦ ਚ ਕਹਿ ਦਿੰਦੇ ਵੀ ਤੁਸੀਂ ਸੇਵਕਾਂ ਦੇ ਬਾਰੇ ਇਦਾਂ ਬੋਲਦੇ ਹੋ। ਆਖੇ ਜੀ ਜੋ ਕੁਛ ਉਹਨਾਂ ਦਾ ਪੇਸ਼ਾ ਹੈ ਉਹਨਾਂ ਨੇ ਉਹੀ ਕਰਨਾ ਸੀ। ਤੇ ਹੁਣ ਵੈਸ਼ਿਆ ਦਾ ਪੇਸ਼ਾ ਤੇ ਵੈਸ਼ਿਆਪੁਣਾ ਕਰਨਾ ਆ, ਤੇ ਕੀ ਉਹਨੂੰ ਸਟੇਜ ਤੇ ਤੁਸੀਂ ਮੌਕਾ ਦਿਓਗੇ ਵੈਸ਼ਿਆਪੁਣਾ ਕਰਨ ਦਾ? ਕੋਈ ਸ਼ਰਮ ਕਰੋ। ਇਹ ਸੇਵਕ ਦਾ ਦੱਸਣਾ ਫਰਜ਼ ਸੀ ਨਾ, ਜਿਹੜਾ ਲੋਕਾਂ ਦੀ ਨਬੂਵਤਾਂ ਕਰਦਾ, ਜਿਹਨੂੰ ਸਭ ਕੁਝ ਦਿਸ ਜਾਂਦਾ। ਪਹਿਲਾਂ ਉਹਨੂੰ ਦਿਸਿਆ ਨਹੀਂ ਵੀ ਇਹਨਾਂ ਨੇ ਕਰਤੂਤ ਕੀ ਕਰਨੀ ਉੱਥੇ ਆ ਕੇ? ਆਖੇ ਜੋ ਕੁਛ ਸੀਗਾ ਉਹਨਾਂ ਨੇ ਉਹ ਕੁਛ ਹੀ ਕਰਨਾ ਸੀ।
ਜੇ ਉਹਨਾਂ ਨੇ ਉਹ ਕੁਛ ਕਰਨਾ ਹੈ, ਕੱਲ ਨੂੰ ਕੋਈ ਪੂਲ ਡਾਂਸਰ ਆ ਜਾਵੇ ਤੇ ਉਹਨੂੰ ਫਿਰ ਪੂਲ ਵੀ ਲਾ ਦਿਓ ਤੇ ਉਹਨੂੰ ਕਹੇ ਨਿਰਵਸਤਰ ਹੋ ਕੇ ਇੱਥੇ ਡਾਂਸ ਕਰ ਲਾ। ਸ਼ਰਮ ਕਰੋ ਕੋਈ ਉਦਾਹਰਨ ਦਿੰਦੇ ਹੋਏ। ਤੁਸੀਂ ਕਲੀਸਿਆ ਨੂੰ ਸਿਖਾਉਣਾ ਆ, ਕਲੀਸਿਆ ਨੂੰ ਸਿਖਾਉਣ ਦੀ ਤੁਹਾਨੂੰ ਪ੍ਰਭੂ ਨੇ ਜ਼ਿੰਮੇਵਾਰੀ ਦਿੱਤੀ ਹੈ, ਤੇ ਘੱਟੋ ਘੱਟ ਕੋਈ ਦਲੀਲਾਂ ਦੇਣ ਲੱਗੇ, ਕੋਈ ਪੱਖ ਕਰਨ ਲੱਗੇ, ਕੋਈ ਸ਼ਰਮ ਕਰ ਲਓ। ਫਿਰ ਕਹਿੰਦੇ ਕੌੜਾ ਬੋਲਦਾ। ਆਖੇ ਜੋ ਉਹਨਾਂ ਨੂੰ ਬਖਸ਼ਿਆ ਸੀ ਉਹਨਾਂ ਨੇ ਉਹੀ ਕਰਨਾ। ਆਈ ਸੀ ਨਾ ਯਿਸੂ ਮਸੀਹ ਦੇ ਕੋਲ ਤੇ ਪੈਰਾਂ 'ਚ ਡਿੱਗ ਪਈ ਸੀ, ਫਿਰ ਗੁਨਾਹ ਨਹੀਂ ਕੀਤਾ। ਇਹ ਤੇ ਅੱਗੇ ਜਾ ਕੇ ਇਹਨਾਂ ਨੇ ਉਹੀ ਕੰਮ ਕਰਨੇ ਆ ਜਿਹੜੇ ਛੱਡ ਕੇ ਆਏ। सुवचन कहता है ज्ञान प्राप्त करने के लिए नया बनता जाता है। एक गल असी हमेशा याद रखनी है, ये साडे सब दे लई जरूरी है कि एक गल असी हमेशा याद रखनी है। वो केड़ी गल है? कुलसियों का खत 3:3 दे विच लिखिया, क्योंकि तुम तो मर गए। जिन्ने भी मसीह दे विच नवा जन्म पाया ना, इस तो पहला ਉਹਦਾ नवा जन्म होवे, ਉਹ मरना ਉਹਦੇ ਲਈ ਜ਼ਰੂਰੀ है। ਤੇ वचन की कहता है, तुम तो मर गए और तुम्हारा जीवन मसीह के साथ परमेश्वर में छिपा हुआ है। छिपया किहदे विच? परमेश्वर दे विच। वचन दसदा तुसीं मसीह नूं पहन लिया। मसीह नूं पहने हुए हज़ारां लोग एक प्रोग्राम दे विच इकट्ठे हुए हैं। मसीह नूं पहने हुए, मसीह नूं पहने हुए हज़ारां लोग इकट्ठे हुए हैं मसीह दे नाम दे विच। ते उत्थे उन्हां दे अगे जिथे उन्हां नूं मसीह दा वचन पेश करना सी, जिथे उन्हां नूं मसीह दी पवित्रताई पेश करनी सी उन्हां दे अगे, उत्थे असी उन्हां दे अगे कंजरखाना पेश कर दिता। ये तो मैं समझदा भी जे असी प्रार्थना भी करिए तो शायद खुदा माफ़ करने वाला नहीं, क्योंकि इंसान के खिलाफ किया गया गुनाह या गलती तो माफ़ी के योग है, पर पाप वो जिहड़ा सीधा सीधा परमेश्वर के खिलाफ ही करता जाए उसकी कोई माफ़ी नहीं। लिखा है वचन दे विच, ऐसा पाप है जिहदी माफ़ी नहीं, इसलिए तो प्रार्थना न करें। सो प्यारे अजीजो, तुम्हारा जीवन मसीह के साथ परमेश्वर में छिपा हुआ है। हुण समझांगे, जिहड़ा मर गया ना, ਉਹਦਾ समझ लो संसार ਦੇ ਨਾਲ कनैक्शन कटिया गया। मरे हुए बंदे किहनों ਅਸੀਂ मरिया ਐਲਾਨਦੇ ਆ? ਜਿਹਦੇ ਅੰਦਰੋਂ ਆਤਮਾ ਨਿਕਲ ਜਾਵੇ। ਇਹ ਮਿੱਟੀ, ਸੰਸਾਰ ਜਿਹੜਾ ਮਿੱਟੀ ਤੋਂ ਆ, ਇਸ ਮਿੱਟੀ ਦੇ ਵਿੱਚ ਪਰਮੇਸ਼ਵਰ ਨੇ ਆਤਮਾ ਨੂੰ ਰੱਖਿਆ ਹੈ। ਤੇ ਉਹ ਆਤਮਾ ਜਦੋਂ ਨਿਕਲ ਜਾਂਦਾ ਨਾ, ਤੇ ਇਸ ਮਿੱਟੀ ਦੇ ਨਾਲ ਉਹਦਾ ਕਨੈਕਸ਼ਨ ਜਿਹੜਾ ਡਿਸਕਨੈਕਟ ਹੋ ਜਾਂਦਾ, ਤੇ ਫਿਰ ਮਿੱਟੀ ਮਿੱਟੀ ਦੇ ਵਿੱਚ ਮਿਲ ਜਾਂਦੀ ਹੈ, ਤੇ ਆਤਮਾ ਜਿਹਨੇ ਬਖਸ਼ਿਆ ਹੈ ਉਹਦੇ ਕੋਲ चल जाता है, तो वह फिर उन्होंने उत्थे रखता है उहदे सिस्टम के हिसाब के नाल, जिथे रखना चाहिए है। सो हुण देखते हैं, जो मर गया समझो संसार दे नाल की हो गया, भला उहदा कनैक्शन जिहड़ा मर गया उहदा कनैक्शन कटिया गया है। तो जो कनैक्शन कटिया गया ना किहदे नालों? संसार दे नालों। ते इहदा समझ लो लैट ते फिर गुल हो गई ना, किहड़ी भला? संसार वाली। एक पासों कटिया तो दूजे पासे जोड़ना है। पहला जिहदे नाल जुड़िया सीगा इहदे विच ओह कुछ नज़र आउंदा सी संसार वाला, ते हुण जिहदे नाल जुड़िया आ ओह नज़र आउणा चाहीदा। सो जदों संसार दे नाल जुड़िया संसार दी चीज़ां वल भजदा सी, उहनां वल मन लाउंदा सी, उत्थे इहदी टिकी हुंदी सी सुता। ते हुण इहदी सुता कित्थे टिकणी है भला? जिहदे नाल हुण इहदा कनैक्शन जुड़िया है। ते कनैक्शन जुड़े दी पहचान की है? वो पवित्र आत्मा के फल जिहड़े असीं बाइबल च पढ़दे वो साबित करेंगे कि ये किहदे नाल जुड़िया। हुण संसार दे नालों कनैक्शन कटिया गया, क्योंकि लिखा तुम तो मर गए थे, अब तुम्हारा जीवन मसीह में छुपा हुआ है, परमेश्वर में छुपा हुआ है मसीह के कारण। सो देखते हैं तो फिर इसे क्या करना चाहिए, इन्हूं हुण करना की है। सो प्यारे अजीजो, एक गल दा चेते रखो, इहदा हुण जिहड़ा बाकी दा जीवन है ना, वो
ਮਸੀਹ ਦੇ ਵਿੱਚ ਛੁਪਿਆ ਹੋਇਆ। ਤੇ ਹੁਣ ਰੋਸ਼ਨ ਜਿਹੜਾ ਹੈਗਾ ਆ ਉਹ ਕਿਉਂ ਹੈ? ਇਹ ਉਸ ਕਨੈਕਸ਼ਨ ਦਾ ਕਰਕੇ। ਇਹ ਰੋਸ਼ਨ ਕਾਹਦੇ ਲਈ ਹੋਇਆ? ਪਹਿਲਾਂ ਮਰ ਗਿਆ, ਸੰਸਾਰ ਦੇ ਨਾਲੋਂ ਕਨੈਕਸ਼ਨ ਕੱਟਿਆ ਗਿਆ, ਕਨੈਕਸ਼ਨ ਉਸ ਰੋਸ਼ਨੀ ਦੇ ਨਾਲ ਜੁੜ ਗਿਆ ਜਿਹਨੇ ਇਹਨੂੰ ਰੋਸ਼ਨ ਕਰ ਦਿੱਤਾ। ਤੇ ਹੁਣ ਅਸੀਂ ਦੇਖਦੇ ਹਾਂ ਇਸੇ ਲਈ ਜਿਹੜਾ ਹੁਣ ਸਾਡਾ ਬਾਕੀ ਦਾ ਜੀਵਨ ਆ ਉਹ ਕਿਹ 'ਚ ਛੁਪਿਆ ਹੋਇਆ? ਭਲਾ ਮਸੀਹ ਦੇ ਵਿੱਚ ਛੁਪਿਆ ਹੋਇਆ। ਤੇ ਜਿਹਦੇ ਵਿੱਚ ਛੁਪਿਆ ਹੋਇਆ ਹੁਣ ਉਹ ਸਾਡੇ ਵਿੱਚ ਨਜ਼ਰ ਆਉਣਾ ਚਾਹੀਦਾ ਹੈ। ਤੇ ਉਹ ਜਦੋਂ ਨਜ਼ਰ ਆਉਂਦਾ ਆ ਤੇ ਫਿਰ ਸਾਨੂੰ ਸਮਝਣਾ ਪੈਣਾ ਆ, ਜੇ ਨਜ਼ਰ ਨਹੀਂ ਨਾ ਆਊਗਾ ਤੇ ਫਿਰ ਕਿਤੇ ਨਾ ਕਿਤੇ ਗੜਬੜ ਆ ਨਾ। ਕਿਉਂਕਿ ਨਜ਼ਰ ਤੇ ਮੈਂ ਮੰਨ ਲਓ ਆ ਪਹਿਨੇ ਹੋਏ ਨਾ ਕੱਪੜੇ ਤੇ ਇਹ ਨਜ਼ਰ ਆਉਂਦੇ ਆ, ਤੇ ਜਦੋਂ ਨਹੀਂ ਪਹਿਨੇ ਹੋਗੇ ਨਜ਼ਰ ਨਹੀਂ ਆਉਗੇ। ਜਦੋਂ ਤੱਕ ਮਸੀਹ ਨੂੰ ਨਹੀਂ ਸੀ ਪਹਿਨਿਆ ਉਦੋਂ ਪੁਰਾਣਾ ਮਨੁੱਖ ਨਜ਼ਰ ਆਉਂਦਾ ਸੀ। ਹੁਣ ਮਸੀਹ ਨੂੰ ਪਹਿਨ ਲਿਆ ਆ, ਹੁਣ ਮਸੀਹ ਨਜ਼ਰ ਆਉਣਾ ਚਾਹੀਦਾ। ਤੇ ਜੇ ਮਸੀਹ ਨਜ਼ਰ ਆਉਂਦਾ ਤੇ ਇਸ ਮਸੀਹ ਨੂੰ ਤੁਸੀਂ ਦਿਖਾਉਣਾ ਕੀ ਹੈ ਫਿਰ? ਕਿ ਇਹੋ ਜਿਹੇ ਪ੍ਰੋਗਰਾਮ ਜਿੱਥੇ ਪਰਮੇਸ਼ਵਰ ਦੇ ਨਾਮ ਦੀ ਬਦਨਾਮੀ ਹੋਵੇ, ਨਿੰਦਾ ਹੋਵੇ, ਜਿੱਥੇ ਸਾਰੀ ਪਵਿੱਤਰਤਾ ਇਹਨੂੰ ਭੰਗ ਕਰਕੇ ਤੇ ਸੰਸਾਰ ਦੀਆਂ ਗੱਲਾਂ ਕੀਤੀਆਂ ਜਾਣ, ਬੜਾ ਮੁਸ਼ਕਲ ਹੈ ਪਿਆਰੇ ਜੀਜੋ। ਥੋੜੇ ਹੀ ਐਸੇ ਕਰਕੇ ਲਿਖਿਆ ਜਿਹੜੇ ਉਹਦੇ ਰਾਜ ਦੇ ਵਿੱਚ ਦਾਖਲ ਹੋਣਗੇ। ਕੁਲਸੀਓਂ 3:2 'ਚ ਲਿਖਿਆ, ਪ੍ਰਿਥਵੀ ਪਰ ਕੀ ਨਹੀਂ ਪਰੰਤੂ ਸਵਰਗੀय ਵਸਤੂਆਂ ਪਰ ਧਿਆਨ ਦਿਓ। ਸੋ ਆਖਰੀ ਗੱਲ ਕਰਕੇ ਸਮਾਪਤ ਕਰਦੇ हैं। पृथ्वी पर की नहीं परंतु स्वर्गीय बातों पर ध्यान लगाओ, जहां मसीह परमेश्वर के दाहिने हाथ विराजमान है। ਤੇ ਹੁਣ ਵਚਨ ਜਿਹੜਾ ਪਾਕਰੂ ਦੀ ਵਸੀਲੇ ਦੇ ਨਾਲ ਲਿਖਿਆ ਗਿਆ ਨਾ, ਜਿਹੜਾ ਵਚਨ ਪਾਕਰੂ ਨੇ ਆਪਣੇ ਰਸੂਲਾਂ ਨਬੀਆਂ ਕੋਲੋਂ ਲਿਖਵਾਇਆ, ਉਹ ਵਚਨ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਸਾਨੂੰ ਸਮਝਾਉਂਦਾ ਕੀ? ਭਲਾ ਪ੍ਰਿਥਵੀ ਪਰ ਕੀ ਨਹੀਂ ਪਰੰਤੂ ਸਵਰਗੀय ਵਸਤੂ ਪਰ ਧਿਆਨ ਲਗਾਓ। ਤੇ ਹੁਣ ਤੁਸੀਂ ਮੈਨੂੰ ਦੱਸੋ, ਇੱਕ ਸੇਵਕ ਆ ਕੇ ਡੇਲੀ ਕੈਮਰੇ ਦੇ ਮੂਹਰੇ ਤੇ ਹੱਥ ਇਦਾਂ ਕਰਕੇ ਤੇ ਅਬਲ ਬਸ਼ਬਾ ਕਰਕੇ ਤੇ ਕਹਿੰਦਾ ਮੈਨੂੰ ਪਾਕਰੂ ਆਹ ਦੱਸ ਰਿਹਾ, ਅਬਲ ਬਸ਼ਬਾ ਮੈਨੂੰ ਪਾਕਰੂ ਆਹ ਦੱਸ ਰਿਹਾ। ਕੀ ਦੱਸ ਰਿਹਾ? ਭਲਾ ਤੁਹਾਡੇ ਅਕਾਊਂਟ 'ਚ ਇੰਨੇ ਪੈਸੇ ਆਉਣ ਵਾਲੇ ਆ, ਅਬਲ ਬਸ਼ਬਾ ਤੁਹਾਨੂੰ ਕਾਰ ਮਿਲਣ ਵਾਲੀ ਹੈ, ਅਬਲ ਬਸ਼ਬਾ ਤੁਹਾਨੂੰ ਕੋਠੀ ਮਿਲਣ ਜਾ ਰਹੀ ਹੈ, ਅਬਲ ਬਸ਼ਬਾ ਤੁਹਾਡਾ ਵੀਜ਼ਾ ਲੱਗਣ ਜਾ ਰਿਹਾ ਹੈ। ਪਾਕਰੂ ਦੋ ਤੇ ਨਹੀਂ, ਪਾਕਰੂ ਤੇ ਇੱਕੋ ਹੀ ਹੈ ਨਾ। ਪਰਮੇਸ਼ਵਰ ਦੋ ਤੇ ਨਹੀਂ, ਪਰਮੇਸ਼ਵਰ ਤੇ ਇੱਕੋ ਹੀ ਹੈ ਨਾ। ਸੋ ਜਦੋਂ ਪਾਕਰੂ ਇੱਕੋ ਹੀ ਹੈ, ਪਰਮੇਸ਼ਵਰ ਵੀ ਇੱਕੋ ਹੀ ਹੈ, ਤੇ ਫਿਰ ਪਰਮੇਸ਼ਵਰ ਦੇ ਬਾਰੇ ਲਿਖਿਆ ਜਿਹੜਾ ਇੱਕੋ ਹੀ ਹੈ ਉਹ ਬਦਲਦਾ ਨਹੀਂ। ਜ਼ਮੀਨ ਅਸਮਾਨ ਟਲ ਸਕਦੇ ਆ ਪਰ ਉਹਦੇ ਵਚਨ ਨਹੀਂ। ਉਹ ਮਨੁੱਖ ਨਹੀਂ ਜਿਹੜਾ ਕਹਿ ਕੇ ਮੁੱਕਰ ਜਾਵੇ, ਤੇ ਉਹ ਜਿਹੜਾ ਮੁੱਕਰਦਾ ਨਹੀਂ ਉਹ ਕਿਵੇਂ ਮੁੱਕਰ ਸਕਦਾ ਹੈ? ਉਹ ਜਿਹਨੇ ਰਸੂਲਾਂ ਦੇ ਕੋਲੋਂ ਲਿਖਵਾਇਆ ਕਿ ਧਰਤੀ ਉਤਲੀਆਂ ਨਹੀਂ ਬਲਕਿ ਸਵਰਗੀ ਚੀਜ਼ਾਂ ਦੇ ਉੱਤੇ ਚਿੱਤ ਲਾਓ। ਜਿਸ ਪਾਕਰੂ ਨੇ ਰਸੂਲਾਂ ਦੇ ਦੁਆਰਾ ਇਹ ਲਿਖਾਇਆ ਕਿ ਧਰਤੀ ਉਤਲੀਆਂ ਨਹੀਂ ਬਲਕਿ ਸਵਰਗੀ ਚੀਜ਼ਾਂ ਦੇ ਉੱਤੇ ਚਿੱਤ ਲਾਓ, ਪਿਆਰੇ ਜੀਜੋ ਤੁਸੀਂ ਮੈਨੂੰ ਦੱਸੋ, ਜਦੋਂ ਪਰਮੇਸ਼ਵਰ ਬਦਲਦਾ ਨਹੀਂ ਤੇ ਲਿਖਿਆ ਪਾਕਰੂ ਹੀ ਪਰਮੇਸ਼ਵਰ ਹੈ, ਜਦੋਂ ਪਰਮੇਸ਼ਵਰ ਬਦਲਦਾ ਨਹੀਂ ਤੇ ਫਿਰ ਉਹ ਅੱਜ ਕਿਵੇਂ ਬਦਲ ਸਕਦਾ ਹੈ? ਜਦੋਂ ਉਹਨੇ ਲਿਖਾਇਆ ਕਿ ਧਰਤੀ ਉਤਲੀਆਂ ਨਹੀਂ ਬਲਕਿ ਸਵਰਗੀ ਚੀਜ਼ਾਂ ਦੇ ਉੱਤੇ ਚਿੱਤ ਲਾਓ, ਜਿੱਥੇ ਮਸੀਹ ਯਸੂ ਪਿਤਾ ਦੇ ਸੱਜੇ ਹੱਥ ਵਿਰਾਜਮਾਨ ਹੈ। ਤੇ ਜੇ ਅੱਜ ਉਹ ਇਸ ਤੋਂ ਪਰੇ ਹੋ ਕੇ ਪਵਿੱਤਰ ਆਤਮਾ ਕਿਸੇ ਨੂੰ ਦੱਸਦਾ ਹੈ ਤੇ ਫਿਰ ਉਹ ਪਵਿੱਤਰ ਆਤਮਾ ਨਹੀਂ ਹੋ ਸਕਦਾ। ਤੇ ਫਿਰ ਅਸੀਂ ਦੇਖਦੇ ਹੋਏ ਵੀ ਨਹੀਂ ਦੇਖ ਰਹੇ ਤੇ ਸੁਣਦੇ ਹੋਏ ਵੀ ਨਹੀਂ ਸੁਣ ਰਹੇ। ਮੈਂ ਫਿਰ ਰਿਪੀਟ ਕਰੂੰਗਾ, ਪਰਮੇਸ਼ਵਰ ਵਚਨ ਦੱਸਦਾ ਬਦਲਦਾ ਨਹੀਂ। ਪਰਮੇਸ਼ਵਰ ਪਾਕਰੂ ਹੈ ਤੇ ਉਹ ਬਦਲਦਾ ਨਹੀਂ। ਪਾਕਰੂ ਨੇ ਆਪਣੇ ਰਸੂਲਾਂ ਦੇ ਦੁਆਰਾ ਇਸ ਵਚਨ ਨੂੰ ਲਿਖਾਇਆ।
ਤੇ ਉਹ ਪਾਕਰੂ ਦੱਸਦਾ ਆ ਕਿ ਤੁਸੀਂ ਧਰਤੀ ਉਤਰੀਆਂ ਨਹੀਂ, ਬਲਕਿ ਸਵਰਗੀ ਚੀਜ਼ਾਂ ਦੇ ਉੱਤੇ ਚਿੱਤ ਲਾਓ। ਤੇ ਅੱਜ ਉਹੋ ਹੀ ਪਾਕਰੂ ਇੱਕ ਪ੍ਰੋਫਟ ਦੇ ਮੂੰਹੋਂ ਕੀ ਕਹਾ ਰਿਹਾ ਆ, ਜਿਹੜਾ ਬੋਲ ਰਿਹਾ ਅਬਾ ਲਬਾ ਸ਼ਬਾ ਤੁਹਾਡੇ ਵੀਜ਼ੇ ਲੱਗਣ ਜਾ ਰਹੇ ਆ, ਅਬਾ ਲਬਾ ਸ਼ਬਾ ਤੁਹਾਡੇ ਅਕਾਊਂਟ 'ਚ ਪੈਸੇ ਆ ਰਹੇ ਆ, ਅਬਾ ਲਬਾ ਸ਼ਬਾ ਤੁਹਾਡੀ ਬਿਮਾਰੀ ਠੀਕ ਹੋਣ ਜਾ ਰਹੀ ਹੈ। ਇਹ ਕਿਹੜਾ ਰੂਹ ਆ? ਇਹ ਫਿਰ ਉਹ ਕਰੰਥੀਆਂ ਵਿੱਚ ਲਿਖਿਆ ਹੋਇਆ ਉਹ ਰੂਹ ਤਾਂ ਨਹੀਂ ਜਿਹਦੇ ਬਾਰੇ ਲਿਖਿਆ ਇੱਕ ਦੂਸਰਾ ਯਿਸੂ ਆ, ਇੱਕ ਦੂਸਰਾ ਆਤਮਾ ਆ, ਤੇ ਇੱਕ ਦੂਸਰੀ ਖੁਸ਼ਖਬਰੀ ਹੈ। ਤੇ ਹੁਣ ਉਹਨੂੰ ਚੈੱਕ ਕਰਨ ਦੇ ਲਈ ਪਰਮੇਸ਼ਵਰ ਨੇ ਸਾਨੂੰ ਆਪਣਾ ਰੂਹ ਦਿੱਤਾ ਹੈ, ਤੇ ਉਹ ਰੂਹ ਤੇ ਝੱਟ ਦੱਸ ਦਿੰਦਾ ਹੈ ਆਹ ਡਰਾਮਾ ਹੈ ਤੇ ਆਹ ਹਕੀਕਤ ਹੈ। ਤੇ ਕੀ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਹੜਾ ਡਰਾਮਾ ਹੈ ਤੇ ਕਿਹੜਾ ਹਕੀਕਤ ਹੈ? ਤੇ ਜੇ ਪਤਾ ਨਹੀਂ ਲੱਗ ਰਿਹਾ ਤੇ ਫਿਰ ਇਹਦਾ ਸਿੱਧਾ ਸਿੱਧਾ ਮਤਲਬ ਆ ਕਿ ਨਵਾਂ ਜਨਮ ਹੋਇਆ ਹੀ ਨਹੀਂ। ਕਿਉਂਕਿ ਜਿਹਦਾ ਨਵਾਂ ਜਨਮ ਹੁੰਦਾ ਹੈ, ਪਾਕਰੂ ਕਲਾਮ ਦਾ ਬੀਜ ਲੈ ਕੇ ਉਹਦੇ ਜੀਵਨ ਦੇ ਵਿੱਚ ਸਦਾ ਲਈ ਠਹਿਰਦਾ ਹੈ। ਔਰ ਅਗਰ ਉਹ ਪਾਪ ਦਾ ਫਿਰ ਤੋਂ ਗੁਲਾਮ ਹੋ ਜਾਵੇ ਤੇ ਪਾਕਰੂ ਦੀ ਅਗਵਾਈ ਵਿੱਚ ਨਾ ਚੱਲਣਾ ਜਾਵੇ, ਤੇ ਫਿਰ ਇੱਕ ਸਮਾਂ ਆਉਂਦਾ ਪਾਕਰੂ ਕਲਾਮ ਦਾ ਬੀਜ ਲੈ ਕੇ ਉਹਦੇ ਵਿੱਚੋਂ ਨਿਕਲ ਜਾਂਦਾ। ਤੇ ਤੌਬਾ ਦਾ ਮੌਕਾ ਇੱਕ ਵਾਰੀ ਹੁੰਦਾ ਇਨਸਾਨ ਦੇ ਕੋਲ। ਇਹ ਬਾਰ-ਬਾਰ ਜਿਹੜਾ ਕਰਦੇ ਨਾ, ਇਹ ਗਲਤੀਆਂ ਵਗੈਰਾ ਕਰਕੇ ਪਰਮੇਸ਼ਰ ਮਾਫ ਤੇ ਕਰਦਾ, ਨਵਾਂ ਜਨਮ ਨਹੀਂ ਮਿਲਦਾ। ਸੋ ਨਵਾਂ ਜਨਮ ਦਾ ਪਰਿਭਾਸ਼ਾ ਕੀ ਹੈ? ਇਹ ਇੱਕ ਵਾਰੀ ਮਿਲਣਾ ਆ। ਤੇ ਜੇ ਕਿਤੇ ਗਲਤੀ ਦੇ ਨਾਲ ਉਹ ਪਾਕਰੂ ਜਿਹੜਾ ਕਲਾਮ ਦਾ ਬੀਜ ਲੈ ਕੇ ਆਇਆ ਸੀ, ਇੱਕ ਵਾਰੀ ਉਹ ਬੀਜ ਨੂੰ ਲੈ ਕੇ ਨਿਕਲ ਗਿਆ, ਤੇ ਫਿਰ ਦੁਬਾਰਾ ਕਦੇ ਨਵਾਂ ਜਨਮ ਦਾ ਕੋਈ ਸਿਸਟਮ ਰਹਿੰਦਾ ਨਹੀਂ। ਪਰ ਪਰਮੇਸ਼ਰ ਬੜੇ ਸਬਰ ਦੇ ਨਾਲ ਇੰਤਜ਼ਾਰ ਕਰਦਾ ਹੈ। ਜਦੋਂ ਬੰਦਾ ਨਹੀਂ ਮੰਨਦਾ ਤੇ ਫਿਰ ਪਾਕਰੂ ਕਲਾਮ ਦੇ ਬੀਜ ਨੂੰ ਲੈ ਕੇ ਜਿਵੇਂ ਆਉਂਦਾ ਤੇ ਤਿਵੇਂ ਚੱਲ ਜਾਂਦਾ ਹੈ, ਤੇ ਫਿਰ ਗੁੰਮਰਾਹ ਕਰਨ ਵਾਲੇ ਆਤਮਾ ਦੇ ਵੱਸ ਵਿੱਚ ਕਰ ਜਾਂਦਾ ਪਰਮੇਸ਼ਰ। ਮਿਲੂਗਾ ਸਭ ਕੁਝ, ਕੰਮ ਸਾਰੇ ਸਫਲ ਹੋਣਗੇ, ਨਬੂਵਤਾਂ ਕਰੋਗੇ ਤੇ ਪੂਰੀਆਂ ਵੀ ਹੋਣਗੀਆਂ, ਪ੍ਰਾਰਥਨਾ ਕਰੋਗੇ ਤੇ ਬਿਮਾਰ ਚੰਗੇ ਵੀ ਹੋਣਗੇ, ਲੇਕਿਨ ਪਰਮੇਸ਼ਵਰ ਦੇ ਨਾਲ ਨਾ ਕੋਈ ਹਿੱਸਾ ਹੋਵੇਗਾ ਤੇ ਨਾ ਹੀ ਕੋਈ ਸਾਂਝ ਹੋਵੇਗੀ। ਸੋ ਇਸੇ ਵਚਨ ਦੀ ਗੰਭੀਰਤਾ ਨੂੰ ਅਸੀਂ ਕੱਲ ਹੋਰ ਜ਼ਿਆਦਾ ਸਿੱਖਾਂਗੇ ਕਿ ਪਰਮੇਸ਼ਵਰ ਦੀ ਯੋਜਨਾ ਕੀ ਹੈ। ਪਰਮੇਸ਼ਵਰ ਨੇ ਏਡਾ ਲੰਬਾ ਸਮਾਂ ਇਸ ਇਨਸਾਨ ਦੇ ਲਈ ਕਿਉਂ ਰੱਖਿਆ? ਕਿਉਂ ਪਰਮੇਸ਼ਵਰ ਨੇ 14 ਯੁੱਗ ਠਹਿਰਾਏ ਕਿ ਇਹਨੂੰ ਆਪਣੇ ਮਾਨਿਦ ਬਣਾ ਸਕੇ? ਕਿਉਂ ਪਰਮੇਸ਼ਵਰ ਇੰਨਾ ਧੀਰਜ ਦੇ ਨਾਲ ਇਹਦੀਆਂ ਸਾਰੀਆਂ ਗੁਸਤਾਖੀਆਂ ਨੂੰ ਸਹਿ ਲੈਂਦਾ ਹੈ? ਸਿਰਫ ਇੱਕੋ ਹੀ ਗੱਲ, ਉਹ ਨਹੀਂ ਚਾਹੁੰਦਾ ਕਿ ਕੋਈ ਨਾਸ਼ ਹੋਵੇ, ਬਲਕਿ ਉਹ ਚਾਹੁੰਦਾ ਕਿ ਸਭ ਲੋਕ ਬਚਾਏ ਜਾਣ। ਤੇ ਜੇ ਉਹ ਧੀਰਜ ਰੱਖਦਾ ਆ ਤੇ ਅਸੀਂ ਉਹਦੇ ਧੀਰਜ ਨੂੰ ਵਿਅਰਥ ਨਾ ਜਾਣੀਏ। ਇਸ ਤੋਂ ਪਹਿਲਾਂ ਕਿ ਉਹਦੀ ਸਜ਼ਾ ਸਾਡੇ ਉੱਤੇ ਆਵੇ, ਅਸੀਂ ਮੰਨ ਲਈਏ ਸਾਡੇ ਕੋਲੋਂ ਗਲਤੀ ਹੋਈ ਹੈ। ਤੇ ਪਰਮੇਸ਼ਵਰ ਦੀ ਨਜ਼ਰ 'ਚ ਗਲਤੀ ਮੰਨਣ ਵਾਲਾ ਮਹਾਨ ਹੋ ਜਾਂਦਾ। ਦੌਦ ਨੇ ਜਿਹੜੀ ਗਲਤੀ ਕੀਤੀ ਸੀ ਨਾ, ਜਿੱਦਾਂ ਦੀ ਪਰਮੇਸ਼ਵਰ ਦੀ ਆਦਤ ਆ, ਦੌਦ ਨੂੰ ਬਖਸ਼ਣਾ ਨਹੀਂ ਸੀ, ਲੇਕਿਨ ਦੌਦ ਨੇ ਆਪਣੇ ਆਪ ਨੂੰ ਉਹਦੇ ਅੱਗੇ ਇੰਨਾ ਦੀਨ ਕਰ ਦਿੱਤਾ ਕਿ ਪਰਮੇਸ਼ਵਰ ਨੇ ਆਪਣਾ ਕ੍ਰੋਧ ਭਰਿਆ ਹੱਥ ਦੇ ਵਿੱਚ ਫਿਰ ਢਿੱਲ ਕੀਤੀ। ਤੇ ਕਿਧਰੇ ਇਹ ਨਾ ਹੋਵੇ ਸਾਡੇ ਲਈ ਵੀ ਪਰਮੇਸ਼ਵਰ ਭਰਿਆ ਤੇ ਹੋਵੇ ਕ੍ਰੋਧ ਦੇ ਨਾਲ, ਪਰ ਅਸੀਂ ਢੀਠ ਬਣ ਜਾਈਏ ਵੀ ਨਹੀਂ, ਅਸੀਂ ਦੀਨ ਹੋਣਾ ਨਹੀਂ, ਤੇ ਜੇ ਦੀਨ ਨਾ ਹੋਏ ਮਾਰੇ ਜਾਵਾਂਗੇ। ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਆਸ਼ੀਸ਼ ਦੇਵੇ। ਇਸੇ ਤਰ੍ਹਾਂ ਅਸੀਂ ਵਚਨ ਦੇ ਹਿੱਸਿਆਂ ਨੂੰ ਸਿੱਖਦੇ ਰਵਾਂਗੇ। ਕੱਲ ਫਿਰ ਰਾਤ 10:30 ਵਜੇ ਨਿਊਯਾਰਕ ਟਾਈਮ ਔਰ ਇੰਡੀਆ 9 ਵਜੇ ਅਸੀਂ ਫਿਰ ਇਸੇ ਤਰ੍ਹਾਂ ਵਚਨ ਨੂੰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਖੁਦਾ ਤੁਹਾਡੇ ਸਾਰਿਆਂ ਦੇ ਨਾਲ ਔਰ ਆਪਣੀ ਤਮਾਮ ਕਲੀਸਿਆ ਦੇ ਨਾਲ ਉਹਦਾ ਅਨੁਗ੍ਰਹਿ ਬਣਿਆ ਰਹੇ। ਆਓ ਪ੍ਰਾਰਥਨਾ ਕਰਦੇ ਹਾਂ। ਪਿਆਰੇ ਖੁਦਾਵੰ ਖੁਦਾ, ਤੁਹਾਡਾ ਧੰਨਵਾਦ ਕਰਦੇ ਹਾਂ
ਤੁਹਾਡੀ ਦਇਆ, ਤੁਹਾਡੀ ਮੁਹੱਬਤ ਦੇ ਲਈ ਜਿੰਨੇ ਵੀ ਲੋਕਾਂ ਨੇ ਤੁਹਾਡੇ ਵਚਨ ਨੂੰ ਮਨ ਲਗਾ ਕੇ ਸੁਣਿਆ, ਜਾਂ ਇਸ ਮਾਧਿਅਮ ਤੋਂ ਅੱਗਿਓਂ ਵੀ ਜਿਹੜੇ ਲੋਕ ਸੁਣਨਗੇ, ਐ ਪਿਤਾ ਇੱਕ ਇੱਕ ਜ਼ਿੰਦਗੀ ਦੇ ਲਈ ਤੇਰੇ ਵੱਡੇ ਅਨੁਗ੍ਰਹਿ ਨੂੰ ਮੰਗ ਲੈਂਦੇ ਆ। ਖੁਦਾਵੰਦ, ਤੂੰ ਆਪਣੇ ਲੋਕਾਂ ਦੀਆਂ ਸਾਰੀਆਂ ਜ਼ਰੂਰਤਾਂ ਤੋਂ ਵਾਕਿਫ ਹੈ, ਪਰੇਸ਼ਾਨੀਆਂ ਤੋਂ, ਦੁੱਖਾਂ ਤੋਂ, ਬਿਮਾਰੀਆਂ ਤੋਂ, ਲਾਚਾਰੀਆਂ ਤੋਂ। ਔਰ ਤੇਰਾ ਵਚਨ ਦੱਸਦਾ ਕਿ ਤੁਸੀਂ ਸਾਡੇ ਮੰਗਣ ਤੋਂ ਪਹਿਲਾਂ ਜਾਣਦੇ ਹੋ। ਸੋ ਪਿਆਰੇ ਖੁਦਾਵੰਦ ਖੁਦਾ, ਹਰ ਇੱਕ ਜਾਨ ਨੂੰ ਤੁਹਾਡੇ ਤਖਤ ਦੇ ਅੱਗੇ ਲੈ ਕੇ ਆਉਂਦੇ ਆ। ਖੁਦਾ, ਅਗਰ ਕੋਈ ਪਰੇਸ਼ਾਨੀ ਦੇ ਵਿੱਚ ਹੈ, ਤੁਸੀਂ ਦਲੇਰੀ ਦਾ ਆਤਮਾ ਦਿਓ। ਅਗਰ ਕੋਈ ਬਿਮਾਰੀ ਦੀ ਹਾਲਤ ਵਿੱਚ ਹੈ, ਬਿਮਾਰੀ ਉੱਤੇ ਜੈ ਪਾਉਣ ਦੀ ਸਾਮਰਥ ਦਿਓ। ਅਗਰ ਕੋਈ ਪਿਆਰੇ ਖੁਦਾਵੰਦ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦੇ ਵਿੱਚ ਹੈ, ਤੁਹਾਡੀ ਸ਼ਾਂਤੀ ਉਹਦੇ ਮਨ ਦੇ ਵਿੱਚ ਵਸੇ। ਖੁਦਾਵੰਦ, ਤੁਹਾਡੇ ਲੋਕ ਇਹਨਾਂ ਸਾਰੀਆਂ ਪਰਿਸਥਿਤੀਆਂ ਨੂੰ ਦੇਖ ਕੇ ਘਬਰਾਉਣ ਨਾ, ਬਲਕਿ ਤੁਸੀਂ ਆਪਣੇ ਆਤਮਾ ਦਾ ਬਲ ਤੇ ਜ਼ੋਰ ਦਿਓ, ਤਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੁਹਾਡੇ ਲੋਕ ਜੈਵੰਤ ਹੋਣ। ਖੁਦਾਵੰਦ, ਤੁਹਾਡਾ ਨਾਮ ਦੂਰ ਦੂਰ ਤੱਕ ਫੈਲੇ। ਪਿਆਰੇ ਪ੍ਰਭੂ, ਜਦੋਂ ਕਿ ਅਸੀਂ ਜਾਣਦੇ ਹਾਂ ਕਿ ਤੁਹਾਡੇ ਵਚਨ ਦੇ ਅਨੁਸਾਰ ਸਤਾਵਟ ਜਿਹੜੀ ਹੈ ਉਹ ਹੌਲੀ ਹੌਲੀ ਸ਼ੁਰੂ ਹੋ ਚੁੱਕੀ ਹੈ, ਔਰ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਗਿਰ ਜਾਣਗੇ, ਬਹੁਤ ਸਾਰੇ ਵਿਸ਼ਵਾਸ ਤੋਂ ਡਿੱਗ ਜਾਣਗੇ, ਔਰ ਉਹ ਹੀ ਸਥਿਰ ਰਹਿਣਗੇ ਜਿਹੜੇ ਤੇਰੇ ਵਚਨ ਦੇ ਨਾਲ ਜੁੜੇ ਆ। ਸੋ ਆਪਣੇ ਲੋਕਾਂ ਨੂੰ ਵਚਨ ਦੇ ਨਾਲ ਜੁੜੇ ਰਹਿਣ ਦੀ ਤੌਫੀਕ ਦਿਓ। ਖੁਦਾਵੰਦ, ਤੁਹਾਡੀ ਰਹਿਮਤ ਇੱਕ ਇੱਕ ਜ਼ਿੰਦਗੀ ਤੇ ਬਣੀ ਰਹੇ। ਸਾਡੀ ਪ੍ਰਾਰਥਨਾ ਸੁਣੋ, ਕਬੂਲ ਕਰੋ, ਮਸੀਹ ਯਿਸੂ ਦੇ ਨਾਮ ਦੇ ਵਿੱਚ, ਆਮੀਨ। ਸੋ ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਤੇ ਆਸ਼ੀਸ਼ ਦੇਵੇ। ਫਰਵਰੀ ਮਹੀਨੇ ਦਾ ਜਿਹੜਾ ਪਹਿਲਾ ਐਤਵਾਰ ਆਵੇਗਾ, ਉਹਦੇ ਵਿੱਚ ਅਸੀਂ ਉਹ ਚਰਚ ਜਿਹੜਾ ਖੁਦਾ ਨੇ ਸਾਨੂੰ ਦਿੱਤਾ ਹੈ ਇੱਥੇ ਅਮਰੀਕਾ ਦੇ ਵਿੱਚ, ਉਹਦੇ ਵਿੱਚ ਅਸੀਂ ਇੱਕ ਵੱਡਾ ਪ੍ਰੋਗਰਾਮ ਸਾਰੇ ਮਿਲ ਕੇ ਕਰਾਂਗੇ, ਔਰ ਸਾਰਿਆਂ ਨੂੰ ਦਾਵਤ ਆ ਉਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਉਸ ਪ੍ਰੋਗਰਾਮ ਦੇ ਵਿੱਚ ਅਸੀਂ ਖੁਦਾ ਦੀ ਹਮਦੋ ਸਨਾ ਸਤਾਇਸ਼ ਕਰਾਂਗੇ, ਔਰ ਖੁਦਾ ਦੇ ਵਚਨ ਨੂੰ ਸਿੱਖਾਂਗੇ। ਔਰ ਉਹਦੇ ਵਿੱਚ ਜਿਹੜਾ ਲੋਕੀ ਸਾਡੇ ਤੇ ਦੋਸ਼ ਲਾਉਂਦੇ ਆ ਵੀ ਇਹ ਚੰਗਿਆਈ ਨੂੰ ਇਹਨਾਂ ਦੇ ਵਿੱਚੋਂ ਸੇਵਕਾਈ ਦੇ ਕੱਢ ਦਿੱਤਾ ਆ, ਜਾਂ ਇਸ ਚੰਗਿਆਈ ਦੇ ਵਿਰੋਧ ਦੇ ਵਿੱਚ ਗੱਲਾਂ ਕਰਦੇ ਆ, ਜਾਂ ਕਿਸੇ ਦੀ ਪ੍ਰਾਰਥਨਾ ਨਹੀਂ ਕਰਦੇ, ਐਸੀ ਕੋਈ ਗੱਲ ਨਹੀਂ ਆ। ਅਸੀਂ ਲੋਕਾਂ ਨੂੰ ਸਿਰਫ ਇਹਨਾਂ ਪਾਸਿਆਂ ਵੱਲ ਜ਼ਿਆਦਾ ਉਹਨਾਂ ਦਾ ਧਿਆਨ ਲਾਉਣਾ ਨਹੀਂ ਸੀ ਚਾਹੁੰਦੇ, ਲੇਕਿਨ ਅਗਰ ਕਿਸੇ ਨੂੰ ਲੱਗਦਾ ਹੈ ਇੱਦਾਂ ਕਿ ਅਸੀਂ ਇਹਨਾਂ ਚੀਜ਼ਾਂ ਦੇ ਵਿਰੋਧ ਵਿੱਚ ਆ, ਤੇ ਐਸੀ ਕੋਈ ਗੱਲ ਨਹੀਂ। ਉਸ ਬੰਦਗੀ ਦੇ ਵਿੱਚ ਬਿਮਾਰਾਂ ਦੇ ਲਈ ਪ੍ਰਾਰਥਨਾ ਵੀ ਕੀਤੀ ਜਾਵੇਗੀ, ਜਿਹੜੇ ਬੇ ਔਲਾਦ ਆ ਉਹਨਾਂ ਦੇ ਲਈ ਵੀ ਪ੍ਰਾਰਥਨਾ ਕੀਤੀ ਜਾਵੇਗੀ, ਜਿਹੜੇ ਕਿਸੇ ਪਰੇਸ਼ਾਨੀ ਦੇ ਵਿੱਚ ਆ ਉਹਨਾਂ ਦੇ ਲਈ ਵੀ ਪ੍ਰਾਰਥਨਾ ਕੀਤੀ ਜਾਵੇਗੀ। ਉਹ ਸਪੈਸ਼ਲ ਜਿਹੜੀ ਇਬਾਦਤ ਅਸੀਂ ਹਰ ਮਹੀਨੇ ਪਹਿਲੇ ਹਫਤੇ ਕਰਿਆ ਕਰਾਂਗੇ, ਜਿਹਦੇ ਵਿੱਚ ਸਾਰੇ ਲੋਕਾਂ ਨੂੰ ਸੱਦਾ ਆ, ਉਹ ਆਉਣ। ਬੇਸ਼ੱਕ ਜਿਹੜੇ ਵੀ ਚਰਚ ਨਾਲ ਜੁੜੇ ਹੋਏ ਆ ਉਹ ਜੁੜੇ ਰਹਿਣ। ਅਸੀਂ ਸਾਡਾ ਮਕਸਦ ਕਿਸੇ ਨੂੰ ਕਿਸੇ ਚਰਚ ਤੋਂ ਤੋੜਨਾ ਨਹੀਂ ਆ, ਬਲਕਿ ਇੱਕ ਖਾਸ ਦਿਨ ਨੂੰ ਅਗਰ ਕਿਸੇ ਦਾ ਮਨ ਕਰੇ ਤੇ ਉਹਦਾ ਵੈਲਕਮ ਹੈ। ਸੋ ਇਹ ਜਿਹੜੇ ਪ੍ਰੋਗਰਾਮ ਨੂੰ ਲੋਕਾਂ ਨੇ ਸਾਡੇ ਸੁਣਿਆ, ਜਿਹੜੇ ਪ੍ਰਭੂ ਨੇ ਮੇਰੇ ਨਾਲ ਇੱਥੇ ਜੁੜੇ ਹੋਏ ਚਰਚ ਦੇ ਵਿੱਚ, ਉਹ ਵੀ ਇਹਦੇ ਲਈ ਵਿਸ਼ੇਸ਼ ਪ੍ਰਾਰਥਨਾ ਕਰਨ ਕਿ ਫਰਵਰੀ ਦੇ ਪਹਿਲੇ ਹਫਤੇ ਅਸੀਂ ਇੱਕ ਕਨਵੈਨਸ਼ਨ ਟਾਈਪ ਦੀ ਬੰਦਗੀ ਕਰਾਂਗੇ। ਉਹਦੇ ਵਿੱਚ ਖਾਣੇ ਦਾ ਵੀ ਇੰਤਜ਼ਾਮ ਹੋਵੇਗਾ, ਸਾਰੇ ਲੋਕਾਂ ਨੂੰ ਸੱਦਾ ਆ, ਹਰ ਕੋਈ ਆ ਸਕਦਾ ਆ। ਸਾਡੇ ਉਸ ਜਗ੍ਹਾ ਦੇ ਉੱਤੇ ਪਹੁੰਚਣ ਦੀ ਜਿਹੜੀ ਐਡਰੈਸ ਆ ਉਹ 9725 ਲੈਫਟਸ ਬੁਲੇਵਾਰਡ, ਸਾਊਥ ਰਿਚਮੰਡ ਹਿੱਲ, ਨਿਊਯਾਰਕ 11419 ਹੈ। ਔਰ ਤੁਸੀਂ ਟੈਲੀਫੋਨ ਤੇ ਵੀ ਸੰਪਰਕ ਕਰ ਸਕਦੇ ਹੋ 5163738667 ਦੇ ਉੱਤੇ ਤੁਸੀਂ ਹੋਰ ਵੀ ਜਾਣਕਾਰੀ ਲੈ ਸਕਦੇ ਹੋ। ਸੋ ਇਸੇ ਤਰ੍ਹਾਂ ਅਸੀਂ ਖੁਦਾ ਦੇ ਵਚਨ ਨੂੰ ਸਿੱਖਦੇ ਜਾਈਏ। ਸਮਾਂ ਪ੍ਰਭੂ ਦੇ ਆਉਣ ਦਾ ਬੜਾ ਨਜ਼ਦੀਕ ਹੈ, ਔਰ ਵਚਨ ਦੱਸਦਾ ਕਿ ਅੰਤ ਸਮੇਂ ਵਿੱਚ ਗਿਆਨ ਦੀ ਕਮੀ ਦੇ ਕਾਰਨ ਲੋਕ ਨਾਸ਼ ਹੋਣਗੇ। ਸੋ ਆਓ ਅਸੀਂ ਉਹ ਕਮੀ ਜਿਹੜੀ ਸਾਨੂੰ ਨਾਸ਼ ਕਰ ਸਕਦੀ ਹੈ, ਅਸੀਂ ਆਪਣੇ ਵਿੱਚੋਂ ਉਹਨੂੰ ਦੂਰ ਕਰੀਏ, ਪ੍ਰਭੂ ਦੇ ਵਚਨਾਂ ਵਿੱਚ ਵੀ ਮਜ਼ਬੂਤ ਹੋਈਏ। ਪ੍ਰਭੂ ਨੇ ਜੋ ਆਸ਼ੀਸ਼ਾਂ ਸਾਡੇ ਲਈ ਰੱਖੀਆਂ ਉਹਨਾਂ ਨੂੰ ਵੀ ਅਸੀਂ ਪ੍ਰਾਪਤ ਕਰੀਏ। ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ। ਸਾਰਿਆਂ ਨੂੰ ਜੈ ਮਸੀਹ।